ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਬਹੋੜਾ ਜਾਤ ਸਨਾਰ, ਆਨ ਪਹੁੰਚੋ ਗੁਰ ਦਰਬਾਰ। ਪ੍ਰੇਮ ਸਾਥ ਦਰਸ਼ਨ ਕੋ ਕੀਨਾ, ਮਸਤਕ ਪਗ ਪੰਕਜ ਧਰ ਦੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਕੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸੰਧਿਆ ਦੇ ਦੀਵਾਨਾ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦਾ ਕੀਰਤਨ ਸਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹੜਾ ਪ੍ਰਾਣੀ ਸ਼ਰਧਾ ਨਾਲ ਧੰਨ ਗੁਰੂ ਅਰਜਨ ਦੇਵ ਜੀ ਦਾ ਨਾਮ ਲੈਂਦਾ ਹੈ, ਮੁੜ ਕੇ ਗਰਭ ਜੋਨੀ ਵਿੱਚ ਨਹੀਂ ਆਉਂਦਾ। ਧੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹੈ। ਭੱਟਾਂ ਨੇ ਅੱਖਾਂ ਨਾਲ ਦੇਖ ਕੇ ਕਿਹਾ ਹੈ ਕਿ ਕੋਈ ਫਰਕ ਨਹੀਂ, ਗੁਰੂ ਅਰਜਨ ਹਰੀ ਦਾ ਪ੍ਰਤੱਖ ਰੂਪ ਹਨ। ਸੋ ਸਾਧ ਸੰਗਤ ਜੀ, ਉਹਨਾਂ ਨੇ ਸਾਡੇ ਵਾਸਤੇ ਵੱਡਾ ਭਾਰੀ ਪਰਉਪਕਾਰ ਕਰਕੇ ਸ੍ਰੀ ਅੰਮ੍ਰਿਤਸਰ ਸਰੋਵਰ ਤਿਆਰ ਕੀਤਾ। ਅੰਮ੍ਰਿਤਸਰ ਸਰੋਵਰ ਦੀ ਜਦੋਂ ਸੇਵਾ ਹੋ ਰਹੀ ਸੀ, ਉਸ ਸੇਵਾ ਵਿੱਚ ਬੜੇ ਬੜੇ ਕਰਨੀਆਂ ਵਾਲੇ ਮਹਾਂਪੁਰਸ਼ਾਂ ਨੇ ਯੋਗਦਾਨ ਪਾਇਆ। ਸਭ ਤੋਂ ਸ਼੍ਰੋਮਣੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼, ਫਿਰ ਭਾਈ ਭਗਤੂ ਜੀ, ਫਿਰ ਭਾਈ ਮਾਂਝ ਜੀ, ਇੱਕ ਤੋਂ ਇੱਕ ਚੜ੍ਹਦੇ ਗੁਰਸਿੱਖ, ਰਹਿਣੀ ਬਹਿਣੀ ਵਾਲੇ। ਉਹਨਾਂ ਦੇ ਪ੍ਰਸੰਗ ਚੱਲ ਰਹੇ ਨੇ। ਉਹਨਾਂ ਗੁਰਸਿੱਖਾਂ ਦੀਆਂ ਸਾਖੀਆਂ ਜੋ ਸਾਨੂੰ ਗੁਰ ਇਤਿਹਾਸ ਵਿੱਚੋਂ ਹੀ ਮਿਲਦੀਆਂ ਨੇ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ। ਆਓ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ, ਇਹਨਾਂ ਗੁਰਸਿੱਖਾਂ ਦੀ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਬਹੋੜਾ ਜਾਤ ਸਨਾਰ। ਭਾਈ ਬਹੋੜਾ ਗੁਰੂ ਦਾ ਇੱਕ ਸਿੱਖ ਹੋਇਆ। ਭਾਈ ਬਹੋੜਾ ਸੁਨਿਆਰਾ ਸੀ। ਸੁਨਿਆਰਿਆਂ ਦੀ ਇੱਕ ਜਾਤ ਹੁੰਦੀ ਹੈ, ਜਿਵੇਂ ਲੋਹਾ ਕੁੱਟਣ ਵਾਲਿਆਂ ਨੂੰ ਲੁਹਾਰ, ਇਸੇ ਤਰ੍ਹਾਂ ਚੰਮ ਦਾ ਕੰਮ ਕਰਨ ਵਾਲਿਆਂ ਨੂੰ ਚਮਿਆਰ ਅਤੇ ਲੱਕੜੀ ਦਾ ਕੰਮ ਕਰਨ ਵਾਲਿਆਂ ਨੂੰ ਤਰਖਾਣ, ਖੇਤੀਬਾੜੀ ਕਰਨ ਵਾਲਿਆਂ ਨੂੰ ਜ਼ਿਮੀਂਦਾਰ ਜੱਟ, ਦੁਕਾਨਦਾਰਾਂ ਨੂੰ ਬਾਣੀਏ, ਤੇ ਸਾਧ ਸੰਗਤ ਜੀ ਸੋਨੇ ਦੇ ਕੰਮ ਕਰਨ ਵਾਲੇ ਨੂੰ ਸੁਨਿਆਰਾ ਕਹਿੰਦੇ ਨੇ। ਉਹਨਾਂ ਦਾ ਕੰਮ ਹੁੰਦਾ ਜੋ ਕਿ ਸੋਨੇ ਦੇ ਗਹਿਣੇ ਬਣਾਉਣੇ, ਜਿਉਦਰੀ ਦਾ ਕੰਮ ਕਰਨਾ। ਤੋ ਇੱਕ ਇਹ ਸੁਨਿਆਰਾ ਸੀਗਾ ਜਿਹਦਾ ਨਾਮ ਸੀ ਭਾਈ ਬਹੋੜਾ। ਆਨ ਪਹੁੰਚਿਓ ਗੁਰ ਦਰਬਾਰ। ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋਭਾ ਸੁਣਾਈ ਦਿੱਤੀ। ਆਪਣੇ ਭਲੇ ਲਈ, ਆਪਣੇ ਕਲਿਆਣ ਲਈ, ਇਹ ਗੁਰੂ ਦਾ ਸਿੱਖ ਬਣਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਪ੍ਰੇਮ ਸਾਥ ਦਰਸ਼ਨ ਕੋ ਕੀਨਾ। ਭਾਈ ਬਹੋੜੇ ਨੇ ਬੜੀ ਸ਼ਰਧਾ ਨਾਲ, ਭਾਵਨਾ ਨਾਲ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਮਸਤਕ ਪਗ ਪੰਕਜ ਧਰ ਦੀਨਾ। ਸਤਿਗੁਰਾਂ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਕੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਹੈ। ਖਰੋ ਰਹਿਓ ਦੇਖਤ ਚਿਰਕਾਲ। ਕਿੰਨਾ ਚਿਰ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜਾ ਰਿਹਾ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ। ਮਨ ਠੰਡਾ ਹੋ ਰਿਹਾ ਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਦੀ ਮੈਲ ਉਤਰ ਰਹੀ ਸੀ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਗੁਰੂ ਨੂੰ ਸਾਹਮਣੇ ਵੇਖੀਦਾ ਹੈ ਨਾ, ਤੇ ਰੋਮ ਰੋਮ ਖਿੜ ਜਾਂਦਾ, ਅੱਖਾਂ ਪਵਿੱਤਰ ਹੋ ਜਾਂਦੀਆਂ ਨੇ, ਰਸਨਾ ਪਵਿੱਤਰ ਹੁੰਦੀ ਹੈ, ਕੰਨ ਪਵਿੱਤਰ ਹੁੰਦੇ ਨੇ, ਸਾਰਾ ਵਜੂਦ ਹੀ ਬੰਦੇ ਦਾ ਪਵਿੱਤਰ ਹੋ ਜਾਂਦਾ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ, ਉਹਨਾਂ ਦੇ ਦਰਸ਼ਨ ਭਾਈ ਬਹੋੜਾ ਕਰ ਰਿਹਾ, ਸਾਹਮਣੇ ਹੱਥ ਜੋੜ ਕੇ ਖੜਾ ਹੈ। ਕਿਰਪਾ ਧਾਰ ਬੂਝਿਓ ਸੋ ਕਿਰਪਾਲ। ਗੁਰੂ ਸਾਹਿਬ ਨੇ ਵੇਖਿਆ ਇਹ ਨਵਾਂ ਪ੍ਰੇਮੀ ਆਇਆ ਹੈ,
ਤੇ ਮਿਹਰ ਦੀ ਨਿਗਾਹ ਉਹਦੇ ਵੱਲ ਕਰਕੇ ਅੰਤਰਜਾਮੀ ਸਤਿਗੁਰੂ ਪੰਜਵੇਂ ਪਾਤਸ਼ਾਹ ਭਾਈ ਬਹੋੜੇ ਨੂੰ ਪੁੱਛਦੇ ਹਨ। ਆਹੋ ਬਹੋੜਾ ਸਾਚੀ ਕਹੀ ਹੈ। ਆਓ ਭਾਈ ਬਹੋੜਾ ਜੀ, ਆਓ ਗੁਰੂ ਨਾਨਕ ਦੇ ਘਰ ਆਏ ਹੋ, ਜੀ ਆਇਆਂ। ਪਰ ਇਹ ਘਰ ਐਸਾ ਹੈ, ਇੱਥੇ ਸੱਚ ਹੀ ਚੱਲਦਾ ਹੈ, ਇੱਥੇ ਸੱਚ ਦੇ ਨਾਲ ਹੀ ਬੇੜਾ ਪਾਰ ਹੁੰਦਾ ਹੈ, ਤੇ ਇੱਥੇ ਗੁਰੂ ਦਰਬਾਰ ਵਿੱਚ ਸੱਚ ਹੀ ਬੋਲਿਆ ਜੇ। ਹਾਂਜੀ, ਨਹੀਂ ਦਰਾਵਨ ਕੋਚਤ ਚਾਹੀਏ ਹੈ। ਇੱਥੇ ਤੁਸੀਂ ਝੂਠ ਨਾ ਬੋਲਿਆ ਜੀ। ਜੋ ਵੀ ਅਸੀਂ ਗੱਲ ਪੁੱਛਣੀ ਹੈ ਸੱਚੋ ਸੱਚ ਹੀ ਦੱਸਣੀ ਹੈ। ਇੱਥੇ ਦੁਰਾਓ ਵੱਲ ਚਲਾਓ ਨਹੀਂ ਚੱਲਦਾ। ਬਾਹਰ ਦੁਨੀਆ 'ਚ ਚੱਲਦਾ, ਦੁਨੀਆ ਦੇ ਵਿੱਚ ਝੂਠ ਦਾ ਹੀ ਵਪਾਰ ਹੈ, ਪਰ ਗੁਰੂ ਦੇ ਦਰਬਾਰ ਵਿੱਚ ਸੱਚ ਹੀ ਨਿਬੜਦਾ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਲ, ਮੂੰਹ ਕਾਲਾ ਦੋਜਕ ਚਾਲਿਆ। ਹਾਂਜੀ, ਕਾਲ ਬਤਾਵਹੁ ਕੌਣ ਪ੍ਰਕਾਰ। ਭਾਈ ਆਪਣਾ ਸਮਾਂ ਕਿਵੇਂ ਲੰਘਾਉਂਦੇ ਹੋ, ਆਪਣਾ ਟਾਈਮ ਕਿਵੇਂ ਪਾਸ ਕਰਦੇ ਹੋ। ਹਾਂਜੀ, ਕੌਣ ਕ੍ਰਿਤ ਕਰ ਕਰਹੁ ਆਹਾਰ। ਕੀ ਕੰਮ ਕਰਦੇ, ਰੋਜੀ ਰੋਟੀ ਕਦ ਨਾ ਚਲਦੀ ਹੈ, ਕਿਉਂਕਿ ਹਰ ਬੰਦੇ ਨੂੰ ਪ੍ਰਸ਼ਾਦਾ ਚਾਹੀਦਾ ਹੈ। ਰੋਟੀ ਕੱਪੜਾ ਮਕਾਨ ਬੰਦੇ ਦੀਆਂ ਜ਼ਰੂਰਤਾਂ ਨੇ, ਤੇ ਭਾਈ ਤੁਸੀਂ ਆਪਣਾ ਗੁਜ਼ਾਰਾ ਕਾਹਦੇ ਨਾਲ ਚਲਾਉਂਦੇ ਹੋ। ਹਾਂਜੀ, ਜਬ ਸ਼੍ਰੀ ਅਰਜਨ ਬੂਝੀ ਬਾਤ। ਭਾਈ ਭੌੜੇ ਨੂੰ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਸੋਚਤ ਭਾਖਤ ਕੰਪਤ ਗਾਤ। ਤੇ ਭਾਈ ਬਹੋੜਾ ਡਰ ਗਿਆ ਤੇ ਕੰਬਣ ਲੱਗ ਪਿਆ। ਸੱਚੇ ਪਾਤਸ਼ਾਹ ਦਾ ਜਲਾਲ ਹੀ ਇੰਨਾ ਸੀ, ਤੇਜ ਇੰਨਾ ਸੀ, ਨੂਰ ਹੀ ਇੰਨਾ ਸੀ ਵੀ ਭਾਈ ਭੌੜਾ ਗੁਰੂ ਸਾਹਿਬ ਦੇ ਸਾਹਮਣੇ ਝੂਠ ਨਹੀਂ ਬੋਲ ਸਕਿਆ। ਹਾਂਜੀ, ਹੱਥ ਜੋੜ ਅਰਦਾਸ ਬਖਾਨੀ। ਹੱਥ ਜੋੜ ਕੇ ਗੁਰੂ ਸਾਹਿਬ ਨੂੰ ਦੱਸਦਾ ਹੈ। ਹਾਂਜੀ, ਸ਼੍ਰੀ ਸਤਿਗੁਰ ਸਭ ਘਟ ਕੇ ਜਾਨੀ। ਇਹ ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ, ਆਪ ਜੀ ਘਟ ਘਟ ਦੀ ਜਾਣਨ ਵਾਲੇ ਹੋ, ਅੰਤਰਜਾਮੀ ਹੋ। ਆਪ ਜੀ ਤੋਂ ਕੁਝ ਗੱਲ ਲੁਕੀ ਛਿਪੀ ਨਹੀਂ ਹੈ। ਹਾਂਜੀ, ਕਿਰਤ ਸੁਨਾਰੇ ਕੀ ਮੈਂ ਕਰਹਾਂ। ਇਹ ਸੱਚੇ ਪਾਤਸ਼ਾਹ, ਮੈਂ ਸੁਨਿਆਰ ਹਾਂ, ਸੁਨਿਆਰੇ ਦਾ ਕੰਮ ਕਰਦਾ ਹਾਂ। ਮੇਰਾ ਕਾਰੋਬਾਰ ਸੋਨੇ ਦਾ ਹੈ, ਗਹਿਣੇ ਬਣਾਉਂਦਾ ਹਾਂ, ਸੋਨੇ ਦੇ ਵੇਚਦਾ ਹਾਂ। ਕਾਲ ਬਤਾਵਾਂ ਉਦਰ ਸੋ ਭਰਹਾਂ। ਉਹਦੇ ਨਾਲ ਮੇਰੀ ਰੋਜੀ ਰੋਟੀ ਚੱਲਦੀ ਹੈ। ਜਾਤ ਦਾ ਸੁਨਿਆਰਾ ਹਾਂ ਤੇ ਗੁਜ਼ਾਰਾ ਮੇਰਾ ਇਸ ਤਰ੍ਹਾਂ ਚੱਲਦਾ, ਇਸ ਤਰ੍ਹਾਂ ਮੇਰਾ ਸਮਾਂ ਪਾਸ ਹੁੰਦਾ ਹੈ। ਸੁਨ ਗੁਰ ਕਹਿਓ ਕਿਰਤ ਕਰ ਕੋਈ। ਮਹਾਰਾਜ ਕਹਿੰਦੇ ਭਾਈ ਦੇਖ, ਕੰਮ ਕੋਈ ਵੀ ਕਰੋ, ਕੰਮ ਕੋਈ ਮਾੜਾ ਨਹੀਂ। ਕੋਈ ਵੀ ਕੰਮ ਕਿਰਤ ਜਿਹੜੀ ਹੈ ਉਹ ਮਾੜੀ ਨਹੀਂ। ਜਿਹਦਾ ਹੱਥਾਂ ਨਾਲ ਸਰੀਰ ਨਾਲ ਕੋਈ ਮਿਹਨਤ ਕਰ ਰਿਹਾ, ਕੋਈ ਖੇਤੀ ਕਰ ਰਿਹਾ, ਕੋਈ ਭਾਂਡੇ ਬਣਾ ਰਿਹਾ, ਕੋਈ ਦੁਕਾਨਦਾਰੀ ਕਰ ਰਿਹਾ, ਕੋਈ ਚਮਿਆਰਾਂ ਦਾ ਕੰਮ, ਜੁੱਤੀਆਂ ਦਾ ਗੰਢਣ ਦਾ ਕਰ ਰਿਹਾ, ਕੋਈ ਲੁਹਾਰਾਂ ਦਾ ਕਰ ਰਿਹਾ, ਕੋਈ ਤਖਾਣਾ ਕਰ ਰਿਹਾ, ਕੋਈ ਕੰਮ ਕਰ ਰਿਹਾ। ਕੰਮ ਮਾੜਾ ਕੋਈ ਨਹੀਂ। ਸੁਨਿਆਰੇ ਦਾ ਕੰਮ ਵੀ ਮਾੜਾ ਕੋਈ ਨਹੀਂ, ਉਹ ਵੀ ਭਾਈ ਕਿਰਤ ਹੈ ਤੇਰੀ। ਹਾਂਜੀ, ਧਰਮ ਸਮੇਤ ਨਿਰਬਾਹ ਹੈ ਸੋਈ। ਪਰ ਜਿਹੜੀ ਵੀ ਕਿਰਤ ਕਰਨੀ ਉਹ ਧਰਮ ਨਾਲ ਕਰੇ, ਇਮਾਨਦਾਰੀ ਨਾ ਕਰੇ। ਕਪਟ ਬਹੀਨ ਜੀਵਕਾ ਕਰੈ। ਜੇ ਉਹਦੇ ਵਿੱਚ ਬੰਦਾ ਕਪਟ ਨਾ ਕਰੇ, ਛਲ ਨਾ ਕਰੇ, ਧੋਖਾ ਨਾ ਕਰੇ, ਜਿੰਨਾ ਕੰਮ ਸਹੀ ਹੈ ਕਰੇ, ਗਲਤ ਕੰਮ ਨਾ ਕਰੇ ਕੋਈ। ਹਾਂਜੀ, ਪਰ ਕੀ ਵਸਤ ਛਪਾਏ ਨਾ ਧਰੈ। ਪਰਾਈ ਕੋਈ ਚੀਜ਼ ਲੁਕਾਵੇ ਨਾ, ਕਿਸੇ ਦਾ ਹੱਕ ਨਾ ਖਾਵੇ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਮੁਸਲਮਾਨ ਕਿਸੇ ਦਾ ਹੱਕ ਖਾਂਦਾ ਨਾ, ਮੁਸਲਮਾਨ ਤਾਂ ਮਹਾਰਾਜ ਕਹਿੰਦੇ ਸਮਝੋ ਸੂਰ ਖਾ ਲਿਆ ਉਹਨੇ। ਮੁਸਲਮਾਨ ਵਾਸਤੇ ਸੂਰ ਖਾਣਾ ਬੜਾ ਪਾਪ ਹੈ। ਹਿੰਦੂ ਵਾਸਤੇ ਗਊ ਖਾਣੀ ਬੜਾ ਪਾਪ ਹੈ। ਜੇ ਹਿੰਦੂ ਨੇ ਕਿਸੇ ਦਾ ਹੱਕ ਖਾ ਲਿਆ ਤਾਂ ਮਹਾਰਾਜ ਕਹਿੰਦੇ ਉਹਨੇ ਗਾਂ ਖਾ ਲਈ। ਜੇ ਮੁਸਲਮਾਨ ਨੇ ਕਿਸੇ ਦਾ ਹੱਕ ਖਾ ਲਿਆ ਤੇ ਸਮਝੋ ਉਹਨੇ ਸੂਰ ਖਾ ਲਿਆ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਇਹ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ। ਮਹਾਰਾਜ ਕਹਿੰਦੇ ਕੰਮ ਕਰੇ, ਆਪਣੀ ਮਿਹਨਤ ਦਾ ਕਰੇ, ਕਿਸੇ ਦੂਜੇ ਦਾ ਹੱਕ ਨਾ ਖਾਵੇ। ਤਿਸ ਮਹਿ ਬਾਂਟ ਪ੍ਰਭੂ ਹਿਤ ਖਾਵੇ। ਉਹਦੇ ਵਿੱਚੋਂ ਜੋ ਵੀ ਮਿਲਿਆ ਹੈ ਪ੍ਰਮਾਤਮਾ ਦੇ ਨਾਂ ਤੇ ਵੰਡ ਕੇ ਖਾਵੇ।
ਆਪਣੀ ਮਿਹਨਤ ਦੀ ਰੋਟੀ ਕਮਾਵੇ, ਜਿਹੜੀ ਕਮਾਈ ਰੋਟੀ ਹੈ ਉਹਦੇ ਵਿੱਚੋਂ ਗਰੀਬਾਂ ਨੂੰ, ਲੋੜਵੰਦਾਂ ਨੂੰ ਹਿੱਸਾ ਦੇ ਕੇ ਫੇਰ ਖਾਵੇ, ਇਕੱਲਾ ਹੀ ਨਾ ਖਾ ਜਾਵੇ। ਇੱਕ ਆਕੀ ਬੈ ਖਾਏ ਨੇ ਔਰਨ ਕੋ ਵੀ ਦੇ, ਜੋ ਵੀ ਰੱਬ ਨੇ ਦਿੱਤਾ ਹੈ ਉਹ ਵੰਡ ਕੇ ਛਕਣ ਦਾ ਹੁਕਮ ਹੈ। ਹਾਂਜੀ, ਤਿਸ ਕੋ ਔਰ ਨਿਰਮਲ ਹੋਏ ਜਾਵੇ। ਜਿਹੜਾ ਬੰਦਾ ਧਰਮ ਦੀ ਕਿਰਤ ਕਰਦਾ, ਕੋਈ ਹੇਰਾ ਫੇਰੀ ਨਹੀਂ ਕਰਦਾ, ਕਿਸੇ ਦਾ ਹੱਕ ਨਹੀਂ ਖਾਂਦਾ, ਆਪਣੀ ਇਮਾਨਦਾਰੀ ਨਾਲ ਰੋਟੀ ਕਮਾਉਂਦਾ ਹੈ, ਉਹਦਾ ਮਨ ਨਿਰਮਲ ਹੋ ਜਾਂਦਾ। ਤਿਸ ਕੋ ਔਰ ਨਿਰਮਲ ਹੋਏ ਜਾਵੇ, ਜੇ ਉਹ ਵੰਡ ਕੇ ਛਕਦਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਘਾਲ ਖਾਏ ਦਾ ਮਤਲਬ ਮਿਹਨਤ ਕਰਕੇ ਖਾਂਦਾ, ਘਾਲਣਾ ਕਰਦਾ, ਕੋਈ ਕੰਮ ਕਰਦਾ ਤੇ ਉਹਦੇ ਵਿੱਚੋਂ ਹੱਥੋਂ ਵੀ ਕੁਝ ਦੂਜੇ ਨੂੰ ਵੀ ਦਿੰਦਾ। ਜੇ 100 ਰੁਪਈਆ ਕਮਾ ਕੇ ਲਿਆਂਦਾ ਤੇ 10 ਰੁਪਈਏ ਗੁਰੂ ਦੇ ਸਮਝ ਕੇ ਲੋੜਵੰਦਾਂ ਲਈ, ਗਰੀਬਾਂ ਲਈ, ਬਿਮਾਰਾਂ ਲਈ ਉਹ ਕੱਢ ਕੇ ਰੱਖੇ ਤੇ ਗੁਰੂ ਦਾ ਖਜ਼ਾਨਾ ਗੁਰੂ ਦੇ ਕੰਮ ਤੇ ਲਾ ਦੇਵੇ, ਲੰਗਰ 'ਚ ਹਿੱਸਾ ਪਾ ਦੇਵੇ। ਜਿਹੜਾ ਇਸ ਤਰ੍ਹਾਂ ਘਾਲ ਖਾਏ ਕਿਛ ਹੱਥੋਂ ਦੇ, ਘਾਲ ਖਾਏਗਾ, ਹੱਥੋਂ ਕੋਈ ਦਾਨ ਪੁੰਨ ਕਰੇਗਾ, ਨਾਨਕ ਰਾਹ ਪਛਾਣੈ ਸੇ, ਉਹ ਰੱਬ ਦਾ ਰਸਤਾ ਪਛਾਣ ਲਏਗਾ, ਉਹਨੂੰ ਪਰਮਾਤਮਾ ਦਾ ਰਸਤਾ ਸਮਝ ਆ ਜਾਏਗਾ। ਦੂਜੇ ਬੰਦੇ ਜਿਹੜੇ ਮੇਰੇ ਵਰਗੇ ਲੋਕਾਂ ਤੋਂ ਲੈ ਕੇ ਖਾਂਦੇ ਆ, ਧਰਮ ਦੀ ਕਿਰਤ ਨਹੀਂ ਕਰਦੇ, ਉਹ ਸਾਧ ਸੰਗਤ ਜੀ ਪਰਮੇਸ਼ਰ ਨੂੰ ਪਛਾਣ ਨਹੀਂ ਸਕਦੇ। ਇਹ ਗੁਰੂ ਸਾਹਿਬ ਦਾ ਫੈਸਲਾ ਹੈ। ਹਾਂਜੀ, ਬੇਨਤੀ ਜਗਤ ਬਹੋੜੇ ਕਹਿਓ। ਜਦੋਂ ਮਹਾਰਾਜ ਕਹਿੰਦੇ ਭਾਈ ਆਪਣੀ ਮਿਹਨਤ ਕਰੇ, ਕੰਮ ਕੋਈ ਮਾੜਾ ਨਹੀਂ, ਤੂੰ ਸੁਨਿਆਰੇ ਦਾ ਕੰਮ ਕਰਦਾ, ਸੁਨਿਆਰੇ ਦਾ ਕੰਮ ਵੀ ਇਮਾਨਦਾਰੀ ਨਾਲ ਕਰਨਾ। ਤਾਂ ਭਾਈ ਬਹੋੜਾ ਹੱਥ ਜੋੜ ਕੇ ਕਹਿਣ ਲੱਗਾ, ਕੰਪਤ ਲੋਚਨ ਤੇ ਜਲ ਬਹਿਓ। ਭਾਈ ਬਹੋੜੇ ਦੀਆਂ ਅੱਖਾਂ 'ਚ ਹੰਝੂ ਆ ਗਏ, ਰੋਣ ਲੱਗ ਪਿਆ, ਹੱਥ ਕੰਬਣ ਲੱਗ ਪਏ। ਗੁਰੂ ਅਰਜਨ ਦੇਵ ਜੀ ਉਹਦੇ ਚਿਹਰੇ ਵੱਲ ਦੇਖ ਰਹੇ ਨੇ ਤੇ ਉਹ ਪਾਣੀ ਪਾਣੀ ਹੋਈ ਜਾਂਦਾ ਹੈ। ਹਾਂਜੀ, ਹੇ ਸਤਿਗੁਰ ਮੈਂ ਮਹਾ ਅਧਰਮੀ। ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਸਤਿਗੁਰੂ ਜੀ ਮੈਂ ਬੜਾ ਪਾਪੀ ਬੰਦਾ ਹਾਂ। ਪਾਪ ਕਿਰਤ ਨਿਤ ਕਰੋ ਕੁਕਰਮੀ। ਮੈਂ ਪਾਪ ਦੀ ਕਿਰਤ ਕਰਦਾ, ਕੁਕਰਮੀ ਹਾਂ, ਮੈਂ ਕਦੀ ਚੰਗਾ ਕੰਮ ਕੀਤਾ ਹੀ ਨਹੀਂ। ਲੋਕਾਂ ਦਾ ਹਿੱਸਾ ਹੱਕ ਪਰਾਇਆ, ਨਾਨਕਾ ਪਰਾਇਆ ਹੱਕ ਹੀ ਖਾਦਾ ਹੈ, ਦੂਜਿਆਂ ਦੀ ਕਮਾਈ ਖਾਦੀ ਹੈ। ਹਾਂਜੀ, ਮਾਤ ਪਿਤਾਦ ਕਰਾਵਹਿ ਘਾਟ। ਮਾਂ ਪਿਓ ਵੀ ਜੇ ਮੇਰੇ ਕੋਲ ਆ ਕੇ ਕਹਿਣ ਨਾ ਬਈ ਮੇਰਾ ਗਹਿਣਾ ਤਿਆਰ ਕਰ ਦੇ, ਮੇਰਾ ਕੋਈ ਕੜਾ ਬਣਾ ਦੇ, ਤੇ ਉਹਦੇ ਵਿੱਚੋਂ ਵੀ ਹੇਰਾ ਫੇਰੀ ਕਰ ਲੈਂਦਾ। ਮੇਰੀ ਇਹੋ ਜਿਹੀ ਬਿਰਤੀ ਬਣੀ ਹੋਈ ਹੈ। ਹਾਂਜੀ, ਚੌਥਾ ਭਾਗ ਲਿਓ ਮੈਂ ਕਾਟ। ਚੌਥਾ ਭਾਗ ਕੱਟ ਲੈਣਾ ਵਿੱਚੋਂ। ਜੇ ਮੰਨ ਲਓ ਤੋਲਾ ਸੋਨਾ ਕਿਸੇ ਨੇ ਦਿੱਤਾ, ਵਿੱਚੋਂ ਮਾਸਾ ਦੋ ਮਾਸੇ ਮੈਂ ਹੇਰਾ ਫੇਰੀ ਕਰ ਹੀ ਲੈਂਦਾ। ਹਾਂਜੀ, ਅਵਰ ਨਰਨ ਕੀ ਗਿਣਤੀ ਕੋ ਹੈ। ਜੇ ਮਹਾਰਾਜ ਮੈਂ ਆਪਣੀ ਮਾਂ ਦੇ ਗਹਿਣਿਆਂ ਵਿੱਚੋਂ ਵੀ ਚੋਰੀ ਕਰ ਲੈਣਾ ਤੇ ਮੈਂ ਦੂਜਿਆਂ ਨੂੰ ਕਿੱਥੇ ਛੱਡਾਂਗਾ। ਮੈਂ ਦੂਜਿਆਂ ਦੇ ਤਾਂ ਗਹਿਣੇ ਜਦੋਂ ਵੀ ਆਉਂਦੇ ਨੇ ਉਹਦੇ ਵਿੱਚੋਂ ਕਾਟ ਜ਼ਿਆਦਾ ਹੀ ਕੱਟਦਾ ਹਾਂ। ਹਾਂਜੀ, ਜੋ ਬਨ ਜਾਏ ਸੋ ਲਿਓ ਤੇ ਤੋਂ ਹੈ। ਜਿੰਨਾ ਬਣ ਜਾਵੇ ਲੱਗ ਜੇ ਲੱਗੀ ਫੱਬੀ ਦਾਲ ਆ ਲੈਣਾ ਮੈਂ। ਗੁਰੂ ਸਾਹਿਬ ਜੀ ਮੈਂ ਤੁਹਾਡੇ ਸਾਹਮਣੇ ਝੂਠ ਬੋਲ ਨਹੀਂ ਸਕਿਆ। ਹਾਂਜੀ, ਧਰਮ ਅਧਰਮ ਨਾ ਜਾਣੋ ਕੋਈ। ਹੇ ਸਤਿਗੁਰੂ ਜੀ ਮੈਨੂੰ ਪਾਪ ਪੁੰਨ ਦਾ ਪਤਾ ਹੀ ਨਹੀਂ ਨਾ, ਧਰਮ ਕੀ ਹੈ ਤੇ ਅਧਰਮ ਕੀ ਹੈ ਇਹ ਮੈਂ ਜਾਣਦਾ ਹੀ ਨਹੀਂ, ਮੈਨੂੰ ਗਿਆਨ ਹੀ ਨਹੀਂ। ਸਾਧ ਸੰਗਤ ਜੀ ਗਿਆਨੀ ਤੇ ਅਗਿਆਨੀ ਦਾ ਬੜਾ ਫਰਕ ਹੈ। ਗਿਆਨ ਜਿਹੜਾ ਹੈ ਨਾ ਉਹ ਸਾਨੂੰ ਸਹੀ ਮਾਰਗ ਤੇ ਤੋਰਦਾ ਹੈ, ਸੰਗਤ ਵਿੱਚੋਂ ਗਿਆਨ ਮਿਲਦਾ। ਜਿਹੜਾ ਕਦੀ ਸੰਗਤ 'ਚ ਆਇਆ ਹੀ ਨਹੀਂ, ਸਤ ਸੰਗਤ ਕੀਤੀ ਨਹੀਂ, ਮਹਾਰਾਜ ਕਹਿੰਦੇ ਸਾਧ ਸੰਗਤ ਕਬਹੂ ਨਹੀਂ ਕੀਨੀ। ਭੁੱਲ ਕੇ ਵੀ ਸਾਧ ਸੰਗਤ 'ਚ ਬੈਠਾ ਹੀ ਨਹੀਂ, ਕਲਾਸ ਵਿੱਚ ਬੈਠਾ ਹੀ ਨਹੀਂ ਗੁਰੂ ਦੀ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦੇ ਝੂਠ। ਸਾਰੀ ਜ਼ਿੰਦਗੀ ਝੂਠੇ ਧੰਦਿਆਂ ਵਿੱਚ ਹੀ, ਕੰਮਾਂ ਕਾਰਾਂ ਵਿੱਚ ਹੀ, ਮਾਇਆ ਦੇ ਪਿੱਛੇ ਹੀ ਘੁੰਮਦਾ ਰਿਹਾ, ਚੱਕਰੀ ਘੁੰਮਦੀ ਰਹੀ। ਤੇ ਸਵਾਨ ਸੂਕਰ ਬਾਇਸ ਜਿਵੇਂ ਅੰਤਿਓ ਚਾਲਿਓ ਊਠ। ਸਾਰੀ ਜ਼ਿੰਦਗੀ ਕੁੱਤਿਆਂ, ਕਾਵਾਂ, ਸੂਰਾਂ ਦੀ ਤਰ੍ਹਾਂ ਹੀ ਲਗਾ ਦਿੱਤੀ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਸੂਕਰ ਕਹਿੰਦੇ ਨੇ ਸੂਰ ਨੂੰ, ਬਾਇਸ ਕਹਿੰਦੇ ਨੇ ਕਾਂ ਨੂੰ। ਮਹਾਰਾਜ ਕਹਿੰਦੇ ਸਵਾਨ ਸੂਕਰ ਬਾਇਸ ਜਿਵੇਂ ਉਹਨਾਂ ਦੀ ਤਰ੍ਹਾਂ ਅੰਤੇ ਚਾਲਿਓ ਊਠ। ਅੰਤ ਨੂੰ ਉੱਠ ਕੇ ਦੁਨੀਆ ਤੋਂ ਖਾਲੀ ਹੱਥ ਹੀ ਚਲਾ ਗਿਆ, ਕੁਛ ਵੀ ਨਹੀਂ ਲੈ ਕੇ ਗਿਆ। ਸੋ ਇਹੋ ਜਿਹੇ ਪ੍ਰਾਣੀ, ਇਹੋ ਜਿਹੇ ਜੀਵ ਗੁਰੂ ਦੀ ਸੰਗਤ 'ਚ ਨਹੀਂ ਆਉਂਦੇ।
ਕਥਾ ਨਹੀਂ ਸੁਣਦੇ, ਕੀਰਤਨ ਨਹੀਂ ਸੁਣਦੇ, ਕੋਈ ਸਮਝ ਨਹੀਂ ਪੈਂਦੀ। ਉਹ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਕੋਈ ਸਮਝ ਨਹੀਂ, ਮੈਨੂੰ ਕੋਈ ਸੋਝੀ ਨਹੀਂ, ਮੈਂ ਧਰਮ ਅਧਰਮ ਨੂੰ ਜਾਣਦਾ ਨਹੀਂ। ਹਾਂਜੀ, ਪਿਤਾ ਪਿਤਾਮਾ ਕੀ ਕਰਿਤ ਸੋਈ। ਹਾਂ, ਕਿਉਂਕਿ ਮੇਰਾ ਪਿਓ ਵੀ ਇਹ ਕੰਮ ਕਰਦਾ ਸੀ, ਮੇਰਾ ਦਾਦਾ ਵੀ ਇਹ ਕੰਮ ਕਰਦਾ ਸੀ। ਸਾਡੀ ਬਰਾਦਰੀ ਵਿੱਚ ਸੋਨੇ ਦਾ ਹੀ ਕੰਮ ਕਰਦੇ ਨੇ। ਸੋਨੇ ਦੇ ਗਹਿਣੇ, ਛਾਪਾਂ, ਮੁੰਦਰੀਆਂ, ਕੜੇ, ਵਾਲੀਆਂ, ਕੈਂਤੇ ਤੇ ਕੰਠੇ, ਹਾਰ, ਬਹੁਤ ਗਹਿਣੇ ਸੋਨੇ ਦੇ ਬਣਾਉਂਦੇ ਨੇ। ਜਦੋਂ ਸੋਨੇ ਦੇ ਗਹਿਣੇ ਬਣਾਉਂਦੇ ਆ, ਉਹਦੇ ਵਿੱਚੋਂ ਮਹਾਰਾਜ ਸੋਨੇ ਦੀ ਹੇਰਾ ਫੇਰੀ ਕਰ ਹੀ ਲੈਂਦੇ। ਹਾਂਜੀ, ਮਹਾਪਤਿਤ ਮੈਂ ਆਹਿਓ ਸ਼ਰਣੀ। ਮੈਂ ਬੜਾ ਪਾਪੀ ਹਾਂ, ਪਤਿਤ ਹਾਂ, ਆਪਣੇ ਇਖਲਾਕ ਤੋਂ, ਧਰਮ ਤੋਂ ਗਿਰਿਆ ਹੋਇਆ ਹਾਂ। ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਵੀ ਮੇਰੀ ਬਾਂਹ ਫੜ ਲਓ। ਹਾਂਜੀ, ਰਹਿਓ ਨ ਗਇਓ ਕ੍ਰਿਤ ਨਿਜ ਬਰਨੀ। ਮਹਾਰਾਜ, ਮੈਂ ਤੁਹਾਡੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਿਆ, ਜੋ ਮੈਂ ਕਰਦਾ ਹਾਂ ਮੈਂ ਦੱਸ ਦਿੱਤਾ ਹੈ। ਹਾਂਜੀ, ਕੂਰ ਹਜੂਰ ਨਹੀਂ ਮੈਂ ਕਹਿਓ। ਆਪ ਜੀ ਦੇ ਹਜੂਰ, ਆਪ ਜੀ ਦੇ ਸਾਹਮਣੇ ਮੈਂ ਝੂਠ ਨਹੀਂ ਬੋਲਿਆ। ਹਾਂਜੀ, ਇਹੋ ਪ੍ਰਤਾਪ ਰਾਵਰ ਕੋ ਲਹਿਓ। ਇਹ ਚ ਮੇਰੀ ਕੋਈ ਵਡਿਆਈ ਨਹੀਂ, ਇਹ ਤੁਹਾਡਾ ਪ੍ਰਭਾਵ ਹੈ। ਮਹਾਂਪੁਰਸ਼ਾਂ ਦਾ ਪ੍ਰਭਾਵ ਐਸਾ ਹੁੰਦਾ ਹੈ, ਔਰਾ ਹੀ ਐਸਾ ਹੁੰਦਾ, ਉਹਦੇ ਸਾਹਮਣੇ ਗੁਰੂ ਦੇ ਬੰਦਾ ਆਪਣਾ ਝੂਠ ਨਹੀਂ ਬੋਲ ਸਕਦਾ, ਝੂਠ ਚੱਲਦਾ ਹੀ ਨਹੀਂ। ਗੁਰੂ ਸਾਹਿਬ ਜੀ, ਤੁਹਾਡਾ ਪ੍ਰਭਾਵ ਹੀ ਮੇਰੇ ਤੇ ਇੰਨਾ ਪੈ ਗਿਆ ਕਿ ਮੈਂ ਤੁਹਾਡੇ ਸਾਹਮਣੇ ਜੋ ਗੱਲ ਸੱਚੀ ਸੀ ਦੱਸ ਦਿੱਤੀ ਹੈ। ਹਾਂਜੀ, ਨਾਮ ਗਰੀਬ ਨਿਵਾਜ ਤੁਮਾਰਾ। ਇਹ ਗੁਰੂ ਜੀ, ਤੁਹਾਡਾ ਨਾਮ ਗਰੀਬ ਨਿਵਾਜ ਹੈ। ਤੁਸੀਂ ਗਰੀਬਾਂ ਨੂੰ, ਨਿਮਾਣਿਆਂ ਨੂੰ, ਪਾਪੀਆਂ ਨੂੰ, ਜਿਹੜੇ ਬੰਦੇ ਆਪਣੇ ਧਰਮ ਤੋਂ ਗਿਰ ਚੁੱਕੇ ਨੇ, ਉਹਨਾਂ ਨੂੰ ਉਧਾਰਨ ਵਾਲੇ ਹੋ। ਪਤਿਤ ਪਾਵਨ ਮਾਧੋ ਬਿਰਧ ਤੇਰਾ। ਮਹਾਰਾਜ, ਤੁਹਾਡਾ ਬਿਰਧ ਹੈ ਪਤਿਤ ਪਾਵਨ। ਪਤਿਤ ਜਿਹੜੇ ਬੰਦੇ ਆਪਣੇ ਧਰਮ ਤੋਂ ਪਤਿਤ ਹੋ ਚੁੱਕੇ ਨੇ, ਤੁਸੀਂ ਉਹਨਾਂ ਨੂੰ ਪਾਵਨ ਕਰਨ ਵਾਲੇ ਹੋ। ਹਾਂਜੀ, ਪਤਿਤ ਉਦਾਹਰਣ ਬਿਰਧ ਉਦਾਰਾ। ਤੁਹਾਡਾ ਬਿਰਧ ਹੈ ਪਤਿਤ ਉਦਾਹਰਣ। ਤੁਸੀਂ ਪਤਿਤਾਂ ਨੂੰ, ਗਿਰਿਆ ਹੋਇਆਂ ਨੂੰ, ਪਾਪੀਆਂ ਨੂੰ ਤਾਰਨ ਵਾਲੇ ਹੋ ਸਤਿਗੁਰੂ ਜੀ। ਹਾਂਜੀ, ਜਬ ਹੋ ਬਹੌੜੇ ਸਾਚੀ ਕਹੀ। ਜਦੋਂ ਭਾਈ ਬੌੜੇ ਨੇ ਆਪਣੀ ਗੱਲ ਸੱਚੀ ਸੱਚੀ ਦੱਸ ਦਿੱਤੀ, ਸ਼੍ਰੀ ਅਰਜਨ ਜੀ ਸਭ ਉਰ ਲਹੀ। ਗੁਰੂ ਸਾਹਿਬ ਜਾਣੀ ਜਾਣ ਬੜੇ ਖੁਸ਼ ਹੋਏ। ਇਸ ਗੱਲ ਤੋਂ ਵੀ ਬੰਦਾ ਸੱਚ ਬੋਲਦਾ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਸਾਡੇ ਅੰਦਰ ਬੜੇ ਪਾਪ ਨੇ, ਬੜੇ ਹੀ ਪਾਪ ਨੇ, ਪਰ ਇੱਕ ਦਵਾਈ ਹੈ ਜਿਹੜੀ ਉਹਨੂੰ ਅੰਦਰੋਂ ਕੱਢ ਸਕਦੀ ਹੈ, ਉਹ ਹੈ ਸੱਚ। ਸੱਚ ਸਾਰੀਆਂ ਬਿਮਾਰੀਆਂ ਕੱਢ, ਸਾਰੀ ਮੈਲ ਲਾ ਦਿੰਦਾ, ਸਾਰੇ ਰੋਗ ਕੱਢ ਦਿੰਦਾ। ਸੱਚ ਸਭ ਨਾ ਹੋਏ ਦਾਰੂ, ਇਹ ਦਵਾਈ ਐਸੀ ਹੈ, ਪਾਪ ਕੱਢੇ ਧੋਏ। ਅੰਦਰੋਂ ਪਾਪ ਨੂੰ ਕੱਢ ਦਿੰਦੀ ਹੈ। ਜਿਵੇਂ ਕੋਈ ਰਸੌਲੀ ਹੋਈ ਹੋਵੇ, ਆਪਰੇਸ਼ਨ ਕਰਕੇ ਡਾਕਟਰ ਬਾਹਰ ਕੱਢ ਦਿੰਦੇ ਨੇ, ਪਰ ਅੰਦਰੋਂ ਪਾਪ ਨੂੰ ਕੱਢਣ ਵਾਲਾ ਆਪਰੇਸ਼ਨ ਸਿਰਫ ਗੁਰੂ ਹੀ ਕਰਦਾ ਹੈ। ਤੇ ਗੁਰੂ ਨੇ ਐਸੀ ਕਿਰਪਾ ਕੀਤੀ, ਸੱਚ ਬੋਲਣ ਵਾਲੇ ਭਾਈ ਬਹੌੜੇ ਤੇ ਗੁਰੂ ਸਾਹਿਬ ਖੁਸ਼ ਹੋਏ। ਹਾਂਜੀ, ਕਿਰਪਾ ਕਰੀ ਉਪਦੇਸ਼ ਬਤਾਵਾ। ਕਿਰਪਾ ਕੀਤੀ ਤੇ ਉਪਦੇਸ਼ ਦੇਣ ਲੱਗੇ, ਕਿਉਂਕਿ ਜਿਹੜਾ ਗੁਰੂ ਦੇ ਸਾਹਮਣੇ ਸਾਫ਼ ਹੋ ਕੇ, ਕਲੀਅਰ ਹੋ ਕੇ ਆ ਜਾਂਦਾ, ਉਹਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ। ਸਾਧ ਸੰਗਤ ਜੀ, ਹੁਣ ਤਾਂ ਰਿਵਾਜ ਨਹੀਂ, ਆਪਣੇ ਪਿੰਡਾਂ 'ਚ ਪਹਿਲਾਂ ਬੱਚੇ ਪੜ੍ਹਨ ਜਾਂਦੇ, ਲੱਕੜ ਦੀ ਫੱਟੀ ਲੈ ਕੇ ਜਾਂਦੇ ਸੀ। ਫੱਟੀ ਦੇ ਉੱਤੇ ਫਿਰ ਉਹ ਮਾਸਟਰ ਪੂਰਨੇ ਪਾ ਦਿੰਦੇ ਸੀ, ਪੂਰਨੇ ਦੇ ਉੱਤੇ ਲਿਖਿਆ ਜਾਂਦਾ ਸੀ। ਤੇ ਉਹ ਫੱਟੀ ਜਿਹੜੀ ਹੈ ਨਾ, ਉਹ ਰੋਜ਼ ਬੱਚੇ ਪੋਚ ਕੇ ਨਾ ਗਾਚਣੀ ਨਾਲ ਉਹਨੂੰ ਸੁਕਾ ਕੇ ਦੇ ਜਾਂਦੇ ਸੀ। ਜੇ ਫੱਟੀ ਪੋਚੀ ਹੋਵੇ, ਸਾਫ਼ ਹੋਵੇ, ਤੇ ਫਿਰ ਉਹਦੇ ਉੱਤੇ ਲਿਖਿਆ ਜਾਂਦਾ। ਤੇ ਜੇ ਫੱਟੀ ਦੇ ਉੱਤੇ ਬਹੁਤ ਕੀਚੜ ਮੀਚੜ ਮਾਰਿਆ ਹੋਵੇ, ਲੈਣਾ ਮਾਰੀਆਂ ਹੁਣ, ਸਾਫ਼ ਨਾ ਹੋਵੇ, ਫਿਰ ਮਾਸਟਰ ਪੂਰਨੇ ਕੀ ਪਾਏਗਾ। ਫੱਟੀ ਸਾਫ਼ ਚਾਹੀਦੀ ਹੈ। ਸਾਡੇ ਮਨ ਦੀ ਫੱਟੀ ਸਾਫ਼ ਨਹੀਂ ਹੁੰਦੀ। ਅਸੀਂ ਗੁਰਦੁਆਰੇ ਆਉਂਦੇ, ਗੁਰੂ ਸਾਹਿਬ ਕੋਲੋਂ ਚੋਰੀ ਕਰਦੇ ਹਾਂ, ਲੁਕਾਉਂਦੇ ਹਾਂ, ਚਲਾਕੀ ਕਰਦੇ ਹਾਂ ਗੁਰੂ ਨਾਲ, ਫਿਰ ਗੁਰੂ ਸਾਨੂੰ ਕੀ ਉਪਦੇਸ਼ ਦੇਵੇ। ਜੇ ਅਸੀਂ ਆਪਣੀ ਫੱਟੀ ਸਾਫ਼ ਕਰਕੇ ਗੁਰੂ ਦੇ ਸਾਹਮਣੇ ਵੀ, ਮਹਾਰਾਜ ਅਸੀਂ ਇਹੋ ਜਿਹੇ ਹਾਂ, ਬਸ ਕਲੀਅਰ ਕੱਟ ਗੱਲ ਕਰਦੇ ਵੀ ਅਸੀਂ ਇੱਦਾਂ ਦੇ ਹਾਂ, ਅਸੀਂ ਮਾੜੇ ਹਾਂ, ਚੋਰ ਹਾਂ, ਯਾਰ ਹਾਂ, ਠੱਗ ਹਾਂ, ਬੇਈਮਾਨ ਹਾਂ, ਅਸੀਂ ਹਾਂ ਮਹਾਰਾਜ, ਅਸੀਂ ਪਾਪੀ ਹਾਂ, ਤੇਰੀ ਸ਼ਰਨ ਵਿੱਚ। ਜਦੋਂ ਬੰਦਾ ਸਿਲੰਡਰ ਕਰ ਦੇਵੇ ਤੇ ਫਿਰ ਗੁਰੂ ਬਾਂਹ ਫੜ ਲੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੌੜੇ ਤੇ ਖੁਸ਼ ਹੋਏ ਨੇ। ਕਿਉਂ ਹੋਏ ਨੇ?
ਉਹਨੇ ਆਪਣੀ ਕਮਜ਼ੋਰੀ ਸ਼ਰੇਆਮ ਦੱਸਦੀ। ਬੜਾ ਔਖਾ ਹੈਗਾ, ਆਪਣੀਆਂ ਕਮਜ਼ੋਰੀਆਂ ਦੱਸਣੀਆਂ ਬਹੁਤ ਔਖੀ ਗੱਲ ਹੈ, ਤਪੱਸਿਆ ਹੈ। ਸੱਚ ਬੋਲਣਾ ਬੜੀ ਵੱਡੀ ਤਪੱਸਿਆ ਹੈ, ਉਹ ਵੀ ਸੰਗਤ ਦੇ ਵਿੱਚ ਗੁਰੂ ਦੇ ਸਾਹਮਣੇ। ਭਾਈ ਬਹੋੜੇ ਨੇ ਕਹਿਤਾ, ਮਹਾਰਾਜ ਮੈਂ ਚੋਰੀ ਕਰਦਾ, ਚੋਰੀ ਮੇਰੀ ਸੋਨੇ ਦੀ। ਲੋਕ ਮੇਰੇ ਤੋਂ ਗਹਿਣਾ ਬਣਾਉਣ ਆਉਂਦੇ, ਮੰਨ ਲਓ ਕੋਈ 10 ਤੋਲੇ ਲੈ ਕੇ ਆਉਂਦਾ, ਇੱਕ ਅੱਧਾ ਤੋਲਾ ਵਿੱਚੋਂ ਮੈਂ ਇਹਦਾ ਫੇਰੀ ਕਰ ਹੀ ਲੈਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਤੇ ਖੁਸ਼ ਹੋਏ ਵੀ ਇਹਨੇ ਸੱਚ ਬੋਲਿਆ, ਨਹੀਂ ਤਾਂ ਇਹਨੇ ਜੇ ਹੁੰਦਾ ਵਲਛੜਾ ਕਹਿੰਦਾ ਨਹੀਂ ਮਹਾਰਾਜ ਜੀ ਬਿਲਕੁਲ ਨਹੀਂ, ਮੈਂ ਤਾਂ ਕੋਈ ਬੇਈਮਾਨੀ ਨਹੀਂ ਕਰਦਾ, ਮੈਂ ਤਾਂ ਬਿਲਕੁਲ ਠੀਕ ਹਾਂ। ਤੇ ਮਹਾਰਾਜ ਨੂੰ ਪਤਾ ਲੱਗ ਹੀ ਜਾਣਾ ਸੀ, ਉਹ ਤਾਂ ਜਾਣੀ ਜਾਣ। ਸਤਿਗੁਰੂ ਕਹਿੰਦੇ ਇਹ ਸੱਚਾ ਹੈ, ਇਹਨੇ ਸੱਚ ਬੋਲਿਆ, ਇਸ ਕਰਕੇ ਉਪਦੇਸ਼ ਦਿੱਤਾ ਉਸ ਨੂੰ। ਹਾਂਜੀ, ਕਹਾਂ ਗੂਰ ਮਹਿ ਤੂੰ ਲਪਟਾਵਾ। ਮਹਾਰਾਜ ਕਹਿੰਦੇ ਭਾਈ ਤੂੰ ਕਿਹੜੇ ਝੂਠ ਦੇ ਧੰਦੇ 'ਚ ਫਸਿਆ ਹੋਇਆ? ਇਹ ਕੋਈ ਮਾਇਆ ਨਾਲ ਜਾਣੀ ਹੈ, ਕਿਸੇ ਦੇ ਨਾਲ ਗਈ ਹੈ? ਜਿਹੜਾ ਪੈਸਾ ਤੂੰ ਇਕੱਠਾ ਕਰ ਰਿਹਾ, 2 ਨੰਬਰ ਦੀ ਕਮਾਈ ਕਰ ਰਿਹਾ, ਇਹ ਜਿਹੜੇ 2 ਨੰਬਰ ਦੀ ਕਮਾਈ ਹੈ ਕਿਸੇ ਨਾਲ ਗਈ ਹੈ? ਕਿਸੇ ਨਾਲ ਨਹੀਂ ਗਈ। ਹਾਂਜੀ, ਕਰ ਕਰ ਅਗ ਕੋ ਸੰਚ ਹੈ ਬਰਿੰਦ। ਤੂੰ ਪਾਪ ਕਰ ਕਰਕੇ ਲੋਕਾਂ ਦਾ ਪੈਸਾ ਆਪਣੇ ਘਰ ਪਾ ਰਿਹਾ, ਸੋਨੇ 'ਚ ਚੋਰੀ ਕਰ ਰਿਹਾ, ਹੇਰਾ ਫੇਰੀ ਕਰ ਰਿਹਾ, ਕੌਡੀ 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 ਕਰਕੇ ਜੋੜੀ ਜਾਂਦਾ। ਹਜ਼ਾਰਾਂ ਬਣਾ ਲਏ, ਫਿਰ ਲੱਖਾਂ ਬਣਾ ਲਏ, ਫਿਰ ਕਰੋੜਾਂ ਬਣਾ ਲਏ, ਪਾਪ ਕਰਕੇ ਪੈਸਾ ਜੋੜਨਾ। ਹਾਂਜੀ, ਅੰਤ ਕਾਲ ਜਮ ਪਾਸ ਬਲੰਦ। ਜਦੋਂ ਮੌਤ ਆਏਗੀ ਉਦੋਂ ਜਮ ਇੱਥੋਂ ਆ ਕੇ ਫੜਨਗੇ, ਗਲ 'ਚ ਫਾਹੀ ਪਾ ਲੈਣਗੇ, ਪੁੱਛਣਗੇ ਦੱਸ ਬਈ ਕੀ ਕੀ ਕੀਤਾ, ਕਿੰਨੀ ਹੇਰਾ ਫੇਰੀ ਕੀਤੀ ਹੈ, ਕਿਹਦੇ ਨਾਲ ਕੀਤੀ, ਸਾਰਿਆਂ ਦਾ ਖਾਤਾ ਸਾਹਮਣੇ ਆ ਜਾਏਗਾ। ਉੱਥੇ ਨਾ ਜਿਵੇਂ ਆ ਕੈਮਰੇ ਲੱਗੇ ਨੇ, ਤਾਂ ਹੁਣ ਲੱਗੇ ਨੇ ਨਾ ਸੀਸੀ ਕੈਮਰੇ, ਇਹ ਤੇ ਅਕਾਲ ਪੁਰਖ ਦੇ ਜਦੋਂ ਦੀ ਦੁਨੀਆ ਬਣਾਈ ਉਦੋਂ ਦੇ ਲਾਏ ਹੋਏ ਨੇ। ਚਿੱਤਰਗੁਪਤ ਜਬ ਲੇਖਾ ਮੰਗ। ਚਿੱਤਰਗੁਪਤ ਕੀ ਨੇ? ਚਿੱਤਰਗੁਪਤ ਇਹੀ ਨੇ, ਪ੍ਰਮਾਤਮਾ ਵੱਲੋਂ ਸਾਡੇ ਅੰਦਰ ਕੈਮਰੇ ਲੱਗੇ ਹੋਏ ਨੇ। ਲੋਕਾਂ ਦੇ ਸਾਹਮਣੇ ਉਹ ਕੈਮਰੇ ਨਹੀਂ ਪਤਾ ਲੱਗਦੇ ਵੀ ਬੰਦਾ ਅੰਦਰ ਕੀ ਸੋਚ ਰਿਹਾ, ਕੀ ਕਰ ਰਿਹਾ। ਰੱਬ ਨੂੰ ਸਭ ਪਤਾ ਹੈ, ਉਹ ਜਾਣੀ ਜਾਣ। ਉੱਥੇ ਸਾਰਾ ਕੁਝ ਸਾਹਮਣੇ ਆ ਜਾਣਾ, ਵੀ ਜੋ ਤੂੰ ਚੰਗਾ ਕੀਤਾ ਉਹ ਵੀ ਆ ਜਾਣਾ, ਮਾੜਾ ਕੀਤਾ ਉਹ ਵੀ ਆ ਜਾਣਾ। ਇਸ ਕਰਕੇ ਪਰਮਾਤਮਾ ਦੀ ਕਚਹਿਰੀ ਵਿੱਚ ਬੰਦਾ ਬਚ ਨਹੀਂ ਸਕਦਾ। ਮਾਨਸਾ ਕਿਉਂ ਦਿਵਾਣੋਂ ਕੋਈ ਨਸ ਭੱਜ ਨਿਕਲੇ। ਸਰਕਾਰ ਤੋਂ ਚੋਰੀ ਹੋ ਸਕਦੀ, ਕਰਦੇ ਹੋਣਗੇ ਲੋਕ, ਜੇਲ੍ਹ 'ਚ ਵੀ ਭੱਜ ਜਾਂਦੇ ਨੇ ਕਈ ਕਤਲ ਕਰਨ ਵਾਲੇ, ਚੋਰੀਆਂ ਕਰਨ ਵਾਲੇ, ਡਾਕੇ ਮਾਰਨ ਵਾਲੇ, ਵਕੀਲਾਂ ਦੀ ਮਦਦ ਦੇ ਨਾਲ ਬਰੀ ਹੋ ਜਾਂਦੇ ਨੇ, ਕੇਸ 'ਚੋਂ ਜੇਲ੍ਹ 'ਚੋਂ ਬਚ ਜਾਂਦੇ ਨੇ, ਪਰ ਪਰਮਾਤਮਾ ਦੀ ਕਚਹਿਰੀ 'ਚੋਂ ਨਹੀਂ ਬਚ ਸਕਦੇ। ਉੱਥੋਂ ਕੋਈ ਵਕੀਲ, ਅਪੀਲ, ਦਲੀਲ ਝੂਠ ਵਾਲੀ ਚੱਲਦੀ ਨਹੀਂ। ਇਹਨਾਂ ਕਚਹਿਰੀਆਂ ਵਿੱਚ ਝੂਠ ਚੱਲਦਾ ਹੈ। ਜਿੰਨੀਆਂ ਸਰਕਾਰੀ ਕਚਹਿਰੀਆਂ ਨੇ, ਇੱਥੇ ਝੂਠ ਬੋਲ ਕੇ ਲੋਕ ਬਚ ਜਾਂਦੇ ਨੇ। ਪਰਮਾਤਮਾ ਦੀ ਕਚਹਿਰੀ 'ਚ ਝੂਠ ਚੱਲਦਾ ਹੀ ਨਹੀਂ, ਉੱਥੇ ਸੱਚ ਹੀ ਸੱਚ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿਹੜੇ ਧੰਦਿਆਂ 'ਚ ਤੂੰ ਫਸਿਆ ਹੋਇਆ ਭਾਈ ਬਹੋੜੇ। ਕੋਟ ਜਨਮ ਦੁਖ ਸਹਾ ਕਨੇਰੇ। ਇਸ ਪਾਪ ਕਰਕੇ ਤੂੰ ਕਰੋੜਾਂ ਜਨਮ ਦੁੱਖ ਭੋਗੇਗਾ। ਕੌਣ ਸਹਾਇ ਹੋਏ ਤਿਸ ਬੇਰੇ। ਉਸ ਵੇਲੇ ਜੀਵ ਆਤਮਾ ਦਾ ਕੌਣ ਸਹਾਈ ਹੋਵੇਗਾ? ਜਦੋਂ ਬਲਦ ਦੀ ਜੂਨੀ 'ਚ ਪਵੇਗਾ, ਕੁੱਤੇ ਦੀ ਜੂਨੀ 'ਚ ਪਏਗਾ, ਸੱਪ ਦੀ ਜੂਨੀ 'ਚ ਪਏਗਾ, ਗਧੇ ਦੀ ਜੂਨੀ 'ਚ ਪਏਗਾ, ਸੂਰ ਦੀ ਜੂਨੀ 'ਚ ਪਏਗਾ, ਭੂਤ ਪ੍ਰੇਤਾਂ ਦੀਆਂ ਭੈੜੀਆਂ ਭੈੜੀਆਂ ਜੂਨਾਂ, ਤ੍ਰਿਗਤ ਜੂਨਾਂ, ਟੇਢੀਆਂ ਮੇਢੀਆਂ ਜੂਨਾਂ 'ਚ ਪਏਗਾ। ਇਹ ਜੀਵਾਤਮਾ ਦੁਖੀ ਹੋਵੇਗੀ। ਉਸ ਵੇਲੇ ਕਿਹੜਾ ਤੇਰਾ ਮਿੱਤਰ ਹੋਵੇਗਾ? ਕੌਣ ਤੇਰਾ ਰਿਸ਼ਤੇਦਾਰ ਹੋਵੇਗਾ? ਕੌਣ ਤੇਰਾ ਭੈਣ ਭਰਾ ਹੋਵੇਗਾ? ਚਾਰ ਪਾਪ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਚਾਰ ਤੇਰੇ ਪੈਰ ਹੋਣਗੇ, 2 ਤੇਰੇ ਸਿੰਘ ਹੋਣਗੇ ਸਿਰ ਦੇ ਉੱਤੇ, ਮੂੰਹ ਤੋਂ ਗੂੰਗਾ ਹੋਵੇਗਾ, ਉਦੋਂ ਕਿਵੇਂ ਭਜਨ ਕੀਰਤਨ ਕਰੇਗਾ? ਹਾਂਜੀ, ਅਪਰ ਤਿਆਗ ਕਰ ਜਾਵਹਿ ਭੋਰੇ। ਕਿਉਂਕਿ ਬਾਕੀ ਸਾਰਾ ਕੁਝ ਇੱਥੇ ਹੀ ਛੱਡ ਜਾਣਾ, ਸਾਰਾ ਕੁਝ ਤਿਆਗ ਕੇ ਜਾਣਾ। ਕੋਈ ਚੀਜ਼, ਕੋਈ ਪਦਾਰਥ ਤੂੰ ਨਾਲ ਲੈ ਕੇ ਨਹੀਂ ਜਾਏਗਾ। ਹਾਂਜੀ, ਕਰੇ ਕਰਮ ਹੋਵਹਿ ਸੰਗ ਤੋਰੇ। ਤੇਰੇ ਕੀਤੇ ਹੋਏ ਕਰਮ ਹੀ ਤੇਰੇ ਨਾਲ ਜਾਣੇ। ਪੈਸਾ ਨਹੀਂ ਜਾਣਾ, ਪ੍ਰਾਪਰਟੀ ਨਹੀਂ ਜਾਣੀ, ਸਿਰਫ ਤੇਰੇ ਕਰਮ ਜਾਣੇ। ਜੋ ਤੂੰ ਕੰਮ ਕਰ ਰਿਹਾ ਉਹ ਕੰਮ ਜਾਏਗਾ ਤੇਰੇ ਨਾਲ। ਹਾਂਜੀ, ਸੋ ਫਲ ਦਏ ਬਿਨਾ ਨਾ ਵਿਨਾਸ਼ ਹੈ। ਜਿਹੜੇ ਕਰਮ ਹਨ ਨਾ, ਇਹ ਕਰਮ ਭੋਗਣੇ ਹੀ ਪੈਂਦੇ ਆ।
ਇਹ ਭਾਵੇਂ ਇੱਥੇ ਭੋਗ ਲਓ ਭਾਵੇਂ ਅੱਗੇ ਭੋਗਣੇ ਹੀ ਪੈਣੇ ਆ। ਕਰਮਾਂ ਦਾ ਬੀਜ ਬੀਜਿਆ ਉਹ ਫਲ ਦੇ ਕੇ ਬਿਨਸਦਾ ਹੈ। ਚੰਗੇ ਕਰਮ ਉਹਦਾ ਵੀ ਫਲ ਮਿਲਦਾ, ਮਾੜੇ ਕਰਮ ਉਹਦਾ ਵੀ ਫਲ ਮਿਲਦਾ। ਕਰਮ ਆਪਣਾ ਆਪ ਵਿਖਾਉਂਦੇ ਹਨ। ਬਿਨਾਂ ਭੋਗਿਆਂ ਦੇ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਮਹਾਂਪੁਰਸ਼ਾਂ ਨੇ ਲਿਖਿਆ ਵੀ ਭੋਗੇ ਬਿਨ ਭਾਗੇ ਨਹੀਂ, ਭੋਗਿਆਂ ਤੋਂ ਬਿਨਾਂ ਖੜਾ ਨਹੀਂ ਛੱਡਦੇ। ਕਰਮ ਬੜੇ ਬਲਵਾਨ, ਕਰਮ ਬੜੇ ਬਲਵਾਨ ਨੇ। ਤੋ ਜਿਹੜੇ ਬਈ ਤੂੰ ਕਰਮ ਕਰ ਰਹੇ ਆ ਇਹ ਭੋਗਣੇ ਹੀ ਪੈਣੇ ਨੇ, ਭਾਵੇਂ ਇੱਥੇ ਭੋਗ ਲਓ ਭਾਵੇਂ ਅੱਗੇ ਭੋਗਣੇ ਪੈਣੇ ਆ। ਹਾਂਜੀ, ਕਰੇ ਕੋ ਕਰਮ ਤੋਹੇ ਕੋ ਗ੍ਰਸ ਹੈ। ਜਿਹੜੇ ਤੂੰ ਪਾਪ ਕੀਤੇ ਨੇ ਉਹ ਤੈਨੂੰ ਫੜਨਗੇ, ਪਾਪ ਹੀ ਤੇਰੇ ਅੱਗੇ ਆਉਣਗੇ, ਪਾਪ ਹੀ ਤੇਰੇ ਵੈਰੀ ਬਣਨਗੇ, ਪਾਪ ਹੀ ਤੇਰੇ ਦੁਸ਼ਮਣ ਬਣਨਗੇ। ਹਾਂਜੀ, ਰਹਿ ਇੱਕ ਕਾਈ ਸੰਕਟ ਪਾਵੈ, ਰਹਿ ਇਕਾਂਕੀ, ਰਹਿ ਇਕਾਂਕੀ ਸੰਕਟ ਪਾਵੈ। ਹਾਂ, ਇਕੱਲਾ ਰਹਿ ਜਾਏਗਾ ਫਿਰ ਤੂੰ। ਹੁਣ ਧੀਆਂ ਵਾਸਤੇ, ਪੁੱਤਰਾਂ ਵਾਸਤੇ, ਬੱਚਿਆਂ ਵਾਸਤੇ ਤੂੰ ਪਾਪ ਕਰਦਾ, ਫਿਰ ਤੂੰ ਅੱਗੇ ਇਕੱਲਾ ਰਹਿ ਜਾਏਗਾ, ਸੰਕਟ ਪਾਏਗਾ, ਦੁਖੀ ਹੋਵੇਗਾ। ਹਾਂਜੀ, ਪਛਤਾਵੈ ਹੈ ਸਿਰ ਧੁਨ ਬਿਲ ਪਾਵੈ ਹੈ। ਫਿਰ ਪਛਤਾਏਗਾ, ਹੱਥ ਮਰੋੜਾ ਸਿਰ ਤੋਂ ਪੈ, ਸਿਆਹੂ ਹੋਆ ਸਿਰ। ਫਿਰ ਤੂੰ ਹੱਥ ਮਰੋੜੇਗਾ, ਆਪਣਾ ਸਿਰ ਫੜ ਫੜ ਕੇ ਰੋਏਗਾ। ਫਿਰ ਤੇਰਾ ਕੋਈ ਮਦਦਗਾਰ, ਮਿੱਤਰ, ਸੰਬੰਧੀ, ਨਾ ਧੀ ਨਾ ਪੁੱਤਰ ਨਾ ਪਤਨੀ ਨਾ ਕੋਈ ਰਿਸ਼ਤੇਦਾਰ ਜਿਨ੍ਹਾਂ ਵਾਸਤੇ ਤੂੰ ਪਾਪ ਕਰਦਾ ਉਹ ਨਾਲ ਨਹੀਂ ਹੋਣਗੇ। ਲੇਖਾ ਤੈਨੂੰ ਇਕੱਲੇ ਨੂੰ ਆਪਣੀ ਜਾਨ ਨੂੰ ਦੇਣਾ ਪਏਗਾ। ਹਾਂਜੀ, ਜਾਂ ਤੇ ਸਤਨਾਮ ਕਰਤਾਰ। ਇਸ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ ਲੈ, ਕਰਤੇ ਪੁਰਖ ਦਾ, ਪਰਮੇਸ਼ਰ ਦਾ ਸਿਮਰਨ ਕਰ ਲੈ। ਇਹ ਟਾਈਮ ਤੇਰੇ ਹੱਥੋਂ ਚਲਾ ਗਿਆ, ਮੁੜ ਕੇ ਪਛਤਾਏਗਾ। ਸਿਮਰਹੁ ਨਿਸ ਦਿਨ ਹੋਏ ਉਧਾਰ। ਦਿਨ ਰਾਤ ਪਰਮੇਸ਼ਰ ਦਾ ਸਿਮਰਨ ਕਰ, ਤੇਰਾ ਉਧਾਰ ਹੋ ਜਾਏਗਾ। ਤਿਆਗਹੁ ਜਗ ਜੰਜਾਰ ਜੋ ਗ੍ਰਸਿਓ। ਇਹ ਜਿਹੜੇ ਸੰਸਾਰ ਦੇ ਕੰਮ ਨੇ, ਧੰਦੇ ਨੇ, ਜਿਨ੍ਹਾਂ 'ਚ ਤੂੰ ਫਸਿਆ ਹੋਇਆ, ਇਹਨਾਂ ਨੂੰ ਤਿਆਗ ਦੇ। ਇਹ ਝੂਠੇ, ਚੋਰੀ ਕਰਨੀ, ਸੋਨੇ ਦੇ ਕੰਮ ਦੇ ਵਿੱਚ ਇਹ ਛੱਡ ਦੇ ਤੂੰ। ਹਾਂਜੀ, ਜਿਮ ਝਾਖ ਤੁਰ ਹੈ ਜਾਲ ਜੋ ਫਸਿਓ। ਜਿਵੇਂ ਜਾਲ ਵਿੱਚ ਫਸਿਆ ਹੋਇਆ ਮਗਰਮੱਛ ਉਹਨੂੰ ਜਾਲ ਨੂੰ ਤੋੜ ਕੇ ਨਿਕਲ ਜਾਵੇ, ਸੁਖੀ ਹੋ ਜਾਂਦਾ, ਨਹੀਂ ਤਾਂ ਉਹ ਜਾਲ 'ਚ ਫਸਿਆ ਤਾਂ ਮਰੇਗਾ ਹੀ। ਤੂੰ ਜਾਲ ਨੂੰ ਤੋੜ ਦੇ, ਇਸ ਜਾਲ ਨੂੰ ਤੋੜ ਕੇ ਨਿਕਲ ਜਾ ਇਹਦੇ ਵਿੱਚੋਂ, ਨਹੀਂ ਤਾਂ ਫਸਿਆ ਰਹੇਗਾ, ਦੁਖੀ ਹੋਵੇਗਾ। ਹਾਂਜੀ, ਸੁਖਕਾਰੀ ਹਰ ਨਾਮ ਸੰਭਾਰਹੁ। ਸੁਖ ਦੇਣ ਵਾਲਾ ਤਾਂ ਪਰਮੇਸ਼ਰ ਦਾ ਨਾਮ ਹੈ, ਤੇਰਾ ਮਿੱਤਰ ਹੈ, ਤੇਰਾ ਸਖਾ ਹੈ। ਉਹਨੂੰ ਜਪ, ਵਾਹਿਗੁਰੂ 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 ਵਾਹਿਗੁਰੂ। ਕਾਰਨ ਕੋ ਕਰਮ ਬ੍ਰਿਤੀ ਹਟਕਾਵਹੁ। ਮਾੜੇ ਕਰਮਾਂ ਵੱਲ ਬਿਰਤੀ ਨਾ ਜਾਣਦੇ, ਰੋਕ ਇਸ ਮਨ ਨੂੰ ਚੰਗੇ ਪਾਸੇ ਲਾ, ਪਰਮੇਸ਼ਰ ਦੀ ਬੰਦਗੀ ਵਿੱਚ ਲਾ, ਸਿਮਰਨ ਕਰ ਵਾਹਿਗੁਰੂ 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 ਵਾਹਿਗੁਰੂ। ਸਤ ਸੰਗਤ ਮਹਿ ਬੈਸ ਗੁਜ਼ਾਰਹੁ। ਔਰ ਆਪਣਾ ਟਾਈਮ, ਆਪਣੀ ਜ਼ਿੰਦਗੀ ਦਾ ਸਮਾਂ ਸਾਧ ਸੰਗਤ 'ਚ ਗੁਜ਼ਾਰਿਆ ਕਰ। ਕੀਰਤਨ ਸੁਣਿਆ ਕਰ, ਕਥਾ ਸੁਣਿਆ ਕਰ, ਚੰਗੇ ਪੁਰਸ਼ਾਂ ਦੀ, ਭਲੇ ਪੁਰਸ਼ਾਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰ। ਮਾੜੇ, ਦੁਸ਼ਟਾਂ, ਨੀਚਾਂ, ਵਿਕਾਰੀਆਂ, ਕਾਮੀਆਂ, ਕ੍ਰੋਧੀਆਂ, ਚੋਰਾਂ, ਯਾਰਾਂ, ਠੱਗਾਂ, ਬੇਈਮਾਨੀਆਂ ਦੀ ਸੰਗਤ ਨਾ ਕਰਿਆ ਕਰ। ਹਾਂਜੀ, ਧਰਮ ਜੀਵਕਾ ਮਹਿ ਚਿਤ ਧਾਰਹੁ। ਧਰਮ ਦੀ ਗਿਰਤ ਕਰਿਆ ਕਰ। ਧਰਮ ਗੁਜ਼ਾਰਾ ਆਪਣਾ, ਰੋਟੀ ਤਾਂ ਖਾਣੀ ਹੈ, ਪਰ ਉਹ ਧਰਮ ਕਰਕੇ, ਚੰਗਾ ਨੇਕੀ ਦਾ ਕੰਮ ਕਰਕੇ ਵੀ ਮਿਲ ਜਾਂਦੀ ਹੈ, ਰੁੱਖੀ ਮਿਲ ਜਾਂਦੀ ਹੈ। ਤੋ ਰੁੱਖੀ ਰੋਟੀ ਖਾ ਲਓ, ਪਰ ਖਾਓ ਧਰਮ ਦੀ, ਅਧਰਮ ਦੀ ਨਾ ਖਾਓ। ਹਾਂਜੀ, ਸੁਨ ਸਤਿਗੁਰ ਕੇ ਬਾਕ ਰਸੀਲੇ। ਸ੍ਰੀ ਸਤਿਗੁਰੂ ਸਾਹਿਬ ਜੀ ਦੇ ਰਸ ਭਰੇ ਅੰਮ੍ਰਿਤਮਈ ਬਚਨ ਸੁਣ ਕੇ ਬ੍ਰਿੰਦ ਵਿਕਾਰਨ ਪਰਮ ਕਟੀਲੇ। ਸਾਧ ਸੰਗਤ ਜੀ ਜਿਹੜੇ ਬਚਨ ਵਿਕਾਰਾਂ ਨੂੰ ਕੱਟਣ ਵਾਲੇ ਸਨ, ਵਿਕਾਰਾਂ ਦਾ ਨਾਸ਼ ਕਰਨ ਵਾਲੇ ਸਨ, ਉਹ ਬਚਨ ਸੁਣੇ ਹਨ। ਭਾਗ ਵੱਡੇ ਮਸਤਕ ਜਿਸ ਜਾਗੇ। ਵੱਡੇ ਭਾਗ ਸਨ ਇਹਦੇ ਕਰਮ ਜਾਗੇ ਮੱਥੇ ਦੇ, ਜਿਹੜਾ ਗੁਰੂ ਦੀ ਸ਼ਰਨ ਆਇਆ ਤੇ ਗੁਰੂ ਸਾਹਿਬ ਦੇ ਉਪਦੇਸ਼ ਸੁਣੇ, ਭਾਈ ਬਹੋੜੇ ਦਾ ਮਨ ਟਿਕ ਗਿਆ। ਹਾਂਜੀ, ਤੀਖਨ ਤੀਰ ਸਮਾਨ ਸੋ ਲਾਗੇ। ਮਹਾਰਾਜ ਦੇ ਬਚਨ ਉਹਦੇ ਹਿਰਦੇ ਜਿੰਜ ਵੱਜੇ ਜਿਵੇਂ ਤਿੱਖਾ ਤੀਰ ਵੱਜਦਾ। ਤਿੱਖੇ ਤੀਰ ਤਰ੍ਹਾਂ ਮਹਾਰਾਜ ਦੇ ਬਚਨਾਂ ਨੇ ਅਸਰ ਕੀਤਾ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ। ਗੁਰੂ ਨੇ ਬਾਣ ਮਾਰਿਆ, ਤੀਰ ਮਾਰਿਆ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਰੇ ਦੇ ਛੇਕ। ਗੁਰੂ ਦੇ ਬਾਣਾਂ ਨੇ, ਬਚਨਾਂ ਦੇ ਬਾਣਾਂ ਨੇ ਕਾਲਜ ਛੇਕ ਕਰ ਦਿੱਤਾ। ਹਾਂਜੀ,
ਗਦ ਗਦ ਭਾਸ ਸੁਧ ਸਰਬ ਵਿਸਾਰੀ। ਭਾਈ ਬਹੋੜਾ ਗਦਗਦ ਹੋ ਗਿਆ, ਸੁਧ ਬੁੱਧ ਭੁੱਲ ਗਈ ਦੁਨੀਆ ਦੀ ਚਿੰਤਾ ਫਿਕਰ, ਕੀ ਕਰਾਂਗੇ ਕਿਵੇਂ ਕਰਾਂਗੇ, ਜੇ ਚੋਰੀ ਨਹੀਂ ਕਰਾਂਗੇ ਰੋਟੀ ਕਿੱਥੋਂ ਖਾਵਾਂਗੇ। ਆਮ ਲੋਕਾਂ ਨੂੰ ਇਹੀ ਹੈ, ਸਾਨੂੰ ਵੀ ਜੇ ਆਪਾਂ ਕੰਮ ਛੱਡ ਦਈਏ ਤੇ ਰੋਟੀ ਕਿੱਥੋਂ ਖਾਵਾਂਗੇ। ਰੱਬ ਰੋਟੀ ਦਿੰਦਾ ਪਰ ਬੰਦੇ ਦਾ ਵਿਸ਼ਵਾਸ ਨਹੀਂ ਬਣਦਾ। ਹਾਂਜੀ, ਪ੍ਰੇਮ ਮਹਾ ਅਸ਼ੁਰਨ ਕੋ ਡਾਰੀ। ਪ੍ਰੇਮ ਦੇ ਵਿੱਚ ਅੱਖਾਂ 'ਚੋਂ ਹੰਝੂ ਸੁੱਟਣ ਲੱਗ ਪਿਆ, ਬੈਰਾਗ ਕਰਨ ਲੱਗ ਪਿਆ, ਭਾਈ ਬਹੋੜਾ ਰੋਣ ਲੱਗ ਪਿਆ। ਹਾਂਜੀ, ਪ੍ਰਥਮ ਕੋ ਕਰਮਨ ਕੋ ਪਛਤਾਵਤ। ਜਿਹੜੇ ਪਿੱਛੇ ਕਰਮ ਕੀਤੇ ਸੀ, ਚੋਰੀਆਂ ਕੀਤੀਆਂ ਸੀ, ਉਹਦਾ ਪਛਤਾਵਾ ਹੋਇਆ। ਮੈਂ ਬਹੁਤ ਹੇਰਾ ਫੇਰੀਆਂ ਕੀਤੀਆਂ, ਹਾਏ ਇੰਨੇ ਪਾਪ ਕੀਤੇ ਮੈਂ। ਇਹਨਾਂ ਨੂੰ ਯਾਦ ਕਰਕੇ ਭਾਈ ਬਹੋੜਾ ਪਛਤਾਣ ਲੱਗਾ। ਹਾਂਜੀ, ਗੁਰ ਕੋ ਬਚਨ ਹਿਰਦੈ ਪੁਨ ਭਾਵਤ। ਗੁਰੂ ਦੇ ਬਚਨ ਮਨ ਨੂੰ ਚੰਗੇ ਲੱਗੇ, ਗੁਰੂ ਦੀ ਸਿੱਖਿਆ ਚੰਗੀ ਲੱਗੀ, ਤੇ ਜਿਹੜੇ ਆਪਣੇ ਪਾਪ ਸੀ ਉਹ ਮਾੜੇ ਲੱਗਣ ਲੱਗੇ। ਦੇਖੋ ਸਾਧ ਸੰਗਤ ਜੀ, ਜਿਹਨਾਂ ਚੀਜ਼ਾਂ ਨੂੰ ਬੰਦਾ ਚੰਗਾ ਸਮਝ ਕੇ ਕਰਦਾ ਰਹਿੰਦਾ, ਜਦੋਂ ਉਹ ਗੁਰੂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਨੇ, ਉਹਨਾਂ ਤੇ ਪਛਤਾਵਾ ਹੁੰਦਾ। ਹਾਂਜੀ, ਲੱਗਿਓ ਸੇਵ ਕਰਵੇ ਸਤ ਕਰ ਕੀ। ਫਿਰ ਸਤਿਗੁਰਾਂ ਦੀ ਸੇਵਾ 'ਚ ਲੱਗ ਗਿਆ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲ ਰਹੀ ਸੀ, ਮਿੱਟੀ ਪੁੱਟਣੀ, ਕਾਰ ਸੇਵਾ ਕਈਆਂ ਦੇ ਨਾਲ, ਤੇ ਬਾਟੇ 'ਚ ਪਾ ਕੇ ਬਾਹਰ ਸਿੱਟ ਕੇ ਆਉਣੀ। ਏਦਾਂ ਭਾਈ ਬਹੋੜਾ ਵੀ ਸੇਵਾ 'ਚ ਲੱਗਿਆ। ਹਾਂਜੀ, ਬਦਿਓ ਪ੍ਰੇਮ ਸ਼ਰਧਾ ਤਰ ਉਰ ਕੀ। ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ ਸੇਵਾ ਕਰਨ ਲੱਗਾ। ਜਾਤ ਦਾ ਸੁਨਿਆਰਾ ਹੁਣ ਕਈ ਮਾਰ ਮਾਰ ਕੇ ਮਿੱਟੀ ਪੁੱਟਦਾ, ਜਿੰਨੀ ਸੇਵਾ ਹੁੰਦੀ ਹੈ ਤਗੜਾ ਹੋ ਕੇ ਕਰਦਾ। ਹਾਂਜੀ, ਕਿਤਕ ਦਿਵਸ ਮਹਿ ਤਿਸ ਕੋ ਹੇਰਾ। ਕੁਝ ਦਿਨ ਮਹਾਰਾਜ ਕੋਲ ਸੇਵਾ ਕਰਦਾ ਰਿਹਾ, 15-20 ਦਿਨ, ਮਹੀਨਾ ਸੇਵਾ ਕੀਤੀ, ਹੋਰ ਮਨ ਨਿਰਮਲ ਹੋ ਗਿਆ, ਹੋਰ ਮਨ ਨਿਰਮਲ। ਇਹ ਜਿਉਂ-ਜਿਉਂ ਤੁਸੀਂ ਸੇਵਾ 'ਚ ਸਿਮਰਨ 'ਚ ਲੱਗੋਗੇ ਨਾ, ਮਨ ਸਾਫ਼ ਹੁੰਦਾ ਜਾਂਦਾ, ਇਹ ਸ਼ਾਂਤ ਹੁੰਦਾ ਜਾਂਦਾ, ਤੇ ਜਦੋਂ ਬਾਹਰ ਦੂਰ ਹੁੰਦੇ ਜਾਓ ਤੇ ਮੇਲਾ ਹੁੰਦਾ ਜਾਂਦਾ। ਇਹ ਸਾਧ ਸੰਗਤ ਜਿੰਨਾ ਗੁਰੂ ਦੇ ਨੇੜੇ ਆਓਗੇ, ਇੱਧਰ ਗੁਰੂ ਘਰ ਦੇ ਨੇੜੇ ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਭਾਂਡੇ ਮਾਂਜਾਂਗੇ, ਕੋਈ ਨੇਕੀ ਕਰਾਂਗੇ ਤੇ ਮਨ ਸਾਫ਼ ਹੋਵੇਗਾ। ਤੇ ਜਦੋਂ ਇੱਧਰੋਂ ਦੂਰ ਹੁੰਦਾ ਜਾਵਾਂਗੇ ਫਿਰ ਮੇਲਾ ਹੁੰਦਾ ਜਾਂਦਾ। ਗੁਰੂ ਘਰ 'ਚ ਰਹਿ ਕੇ ਭਾਈ ਬਹੋੜੇ ਦਾ ਮਨ ਸਾਫ਼ ਹੁੰਦਾ ਗਿਆ। ਸੇਵਾ ਕਰ ਕਰਕੇ ਗੁਰੂ ਸਾਹਿਬ ਦੀ ਕਿਰਪਾ ਹੋਈ। ਕੁਝ ਦਿਨਾਂ ਬਾਅਦ ਹਾਂਜੀ, ਕਰਿਓ ਨਿਕੰਦਨ ਮੋਹ ਵਡੇਰਾ। ਮਹਾਰਾਜ ਨੇ ਹੋਰ ਮਿਹਰ ਦ੍ਰਿਸ਼ਟੀ ਕੀਤੀ, ਮੋਹ ਕੱਟ ਦਿੱਤਾ। ਇਹ ਸਾਰਾ ਕੁਝ ਸਟੈਪ ਬਾਈ ਸਟੈਪ ਹੁੰਦਾ। ਇੱਕ ਦਿਨ ਤੇ ਸਾਧ ਸੰਗਤ ਜੀ ਸਕੂਲ 'ਚ ਆ ਕੇ ਬੱਚੇ ਨੂੰ ਬਹਿਣਾ ਹੀ ਨਹੀਂ ਆਉਂਦਾ। ਪਹਿਲੇ ਦਿਨ ਤੇ ਆਪਾਂ ਸਕੂਲ ਜਾਈਏ ਨਾ, ਬੱਚੇ ਨੂੰ ਪਾਉਂਦੇ ਆ ਵੀ ਬਹਿਣਾ ਸਿੱਖੇਗਾ, ਬਹਿਣਾ, ਰਹਿਣੀ, ਬਹਿਣੀ, ਕਹਿਣੀ, ਸਹਿਣੀ। ਜੇ ਆਪਾਂ ਕਹੀਏ ਗੁਰਦੁਆਰੇ ਅੱਜ ਗਏ ਸੀ, ਸਾਡਾ ਮਨ ਨਹੀਂ ਲੱਗਿਆ ਜੀ, ਕਈ ਇੱਦਾਂ ਹੀ ਕਹਿੰਦੇ, ਸਾਨੂੰ ਕਥਾ ਨਹੀਂ ਸਮਝ ਆਈ ਜੀ, ਸਾਨੂੰ ਪਾਠ ਨਹੀਂ ਸਮਝ ਆਇਆ, ਸਾਨੂੰ ਕੀਰਤਨ ਨਹੀਂ ਸਮਝ ਆਇਆ, ਛੱਡੋ ਪਰੇ। ਉਹਨਾਂ ਨੂੰ ਪੁੱਛੀਏ ਵੀ ਜਿਹੜੀਆਂ ਡਿਗਰੀਆਂ ਲਈ ਫਿਰਦੇ ਹੋ, MA ਦੀਆਂ, BA ਦੀਆਂ, ਡਾਕਟਰੀ ਦੀਆਂ, ਵਕਾਲਤ ਦੀਆਂ, ਉਹ ਤੁਸੀਂ ਇੱਕ ਦਿਨ 'ਚ ਕੀਤੀਆਂ ਸੀ? 15-15 ਸਾਲ ਸਕੂਲਾਂ ਕਾਲਜਾਂ 'ਚ ਗਾਲੇ ਤਾਂ ਜਾ ਕੇ ਡਿਗਰੀਆਂ ਮਿਲਦੀਆਂ। 20-20 ਸਾਲ, 25-25 ਸਾਲ ਪੜ੍ਹਾਈ ਕੀਤੀ ਤਾਂ ਪ੍ਰੋਫੈਸਰ ਬਣੇ, ਡਾਕਟਰ ਬਣੇ। ਗੁਰਦੁਆਰੇ ਇੱਕੋ ਦਿਨ 'ਚ ਮਿਲ ਜਾਵੇ, ਕਹਿੰਦੇ ਕਿਹੋ ਜਿਹੀ ਗੱਲ ਸੌਖੀ ਸੀ। ਇਹ ਤਾਂ ਕਈ ਜਨਮਾਂ ਦੀ ਗੱਲ ਹੈ। ਤੋ ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਹੁਣ ਇਹਦਾ ਮਨ ਹੋਰ ਕਿਰਪਾ ਹੋਈ, ਮੋਹ ਵੀ ਕੱਟ ਦਿੱਤਾ। ਮੋਹ ਬੜੀ ਵੱਡੀ ਚੀਜ਼ ਹੈ। ਅਸੀਂ ਗੁਰਦੁਆਰਿਆਂ 'ਚ ਰਹਿੰਦੇ ਹਾਂ, ਕਥਾ ਕਰਦੇ ਹਾਂ, ਸੁਣਦੇ ਹਾਂ, ਮੋਹ ਸਾਡਾ ਵੀ ਨਹੀਂ ਕੱਟਿਆ ਗਿਆ। ਮਾਫ਼ ਕਰ, ਮੋਹ ਸਾਡਾ ਵੀ ਨਹੀਂ ਜਾਂਦਾ। ਇਹ ਮੇਰਾ ਕੱਪੜਾ ਹੈ, ਇਹ ਮੇਰਾ ਕੋਟ ਹੈ, ਇਹ ਮੇਰੀ ਪੈਂਟ ਹੈ, ਇਹ ਮੇਰੀ ਪੱਗ ਹੈ, ਇਹ ਨਹੀਂ ਜਾਨ ਛੁੱਟਦੀ। ਮਾੜਾ ਜਿਹਾ ਕੋਈ ਨੁਕਸਾਨ ਹੋ ਜਾਏ, 4 ਆਨੇ ਦੀ ਚੀਜ਼, ਹਾਏ ਮਰ ਗਿਆ, ਕੋਈ 4 ਆਨੇ ਦੀ ਚੀਜ਼ ਗੁੰਮ ਗਈ, ਉਹਦਾ ਹੀ ਹਾਰਟ ਫੇਲ ਵਾਲਾ ਹੋ ਜਾਂਦਾ, ਹਾਏ 4 ਆਨੇ ਦਾ ਨੁਕਸਾਨ ਹੋ ਗਿਆ। ਤੇ ਉਹ ਹੀ ਹੈ ਨਾ। ਤੇ ਜਦੋਂ ਹੈ ਕੁਝ ਵੀ ਨਹੀਂ, ਨਾਲ ਕੁਝ ਵੀ ਨਹੀਂ, ਸਰੀਰ ਨੇ ਵੀ ਨਾਲ ਨਹੀਂ ਜਾਣਾ, ਇੱਥੇ ਹੀ ਮਿੱਟੀ ਬਣ ਜਾਣਾ ਸਾਰਾ ਕੁਝ। ਤੇ ਮੋਹ ਮਿਟਦਾ ਗੁਰੂ ਦੀ ਕਿਰਪਾ ਨਾਲ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕੀਤੀ, ਭਾਈ ਬਹੋੜੇ ਦਾ ਮੋਹ ਮਿਟਾ ਦਿੱਤਾ। ਹਾਂਜੀ, ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ। ਜਦੋਂ ਕਿਰਪਾ ਦ੍ਰਿਸ਼ਟੀ ਕੀਤੀ, ਮਿਹਰ ਦੀ, ਇਹਨੂੰ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ, ਦੇਹ ਇਹ ਜੁਗਤ ਪਛਾਨੀ। ਗੁਰੂ ਦੀ ਕਿਰਪਾ ਬੜੀ ਵੱਡੀ ਚੀਜ਼ ਹੈ। ਗੁਰੂ ਕਰ ਸਕਦਾ ਹੈ। ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੀਆਂ ਦਾਤਾਂ ਬਖਸ਼ ਦਿੱਤੀਆਂ। ਵਾਹਿਗੁਰੂ 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 ਵਾਹਿਗੁਰੂ,
इस आस नहीं दी। कई लोग समझते हैं बड़ा सौखा ही काम है, आपे जप लांगे, जे आपे जप लांगे तो फिर जप लो, नहीं जपया जाता। ये दात है, बख्शिश है, ये रूहानी किरपा है उस वाहिगुरू की। जदों किरपा होंदी है फिर भुलदा ही नहीं, जे किरपा नहीं होंदी सारा दिन मूँह तो निकलदा ही नहीं। इस करके वाहिगुरू 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 की दात गुरु अर्जन देव जी ने भाई भगौड़े नूं बख्श दिती है। जिस ते भये संपूर्ण काम, सारे कारज ਉਹਦੇ संपूर्ण हो गए। हाँ जी, सतगुर शब्द प्रेम मैं पागा। ਹੁਣ ਗੁਰਬਾਣੀ ਦੀ ਸਮਝ ਆਉਣੀ ਸ਼ੁਰੂ ਹੋਈ ਹੈ। ਗੁਰੂ ਦੇ ਸ਼ਬਦ ਦਾ ਪਾਰਸ ਅਸਰ ਸ਼ੁਰੂ ਹੋਇਆ ਹੈ। ਹੁਣ ਪ੍ਰੇਮ ਦਾ ਰੰਗ ਚੜਿਆ ਹੈ। ਹੁਣ ਗੁਰਬਾਣੀ ਕੀਰਤਨ ਸੁਣਦਾ ਹੈ, ਆਨੰਦ ਆਉਂਦਾ ਹੈ। ਹਾਂਜੀ, ਜਨਮ ਜਨਮ ਕੋ ਸੋਇਓ ਜਾਗਾ, ਜਨਮਾਂ ਜਨਮਾਂ ਦਾ ਸੁੱਤਾ ਹੋਇਆ ਭਾਈ ਬਹੋੜਾ ਜਾਗ ਪਿਆ ਹੈ। ਹਾਂਜੀ, ਭਇਓ ਬਹੋੜਾ ਬਹੁਤ ਨਿਹਾਲ, ਭਾਈ ਬਹੋੜਾ ਨਿਹਾਲ ਹੋ ਗਿਆ ਹੈ। ਹਾਂਜੀ, ਨਿਕਟ ਬੁਲਾਇਓ ਗੁਰੂ ਕਿਰਪਾਲ, ਹੁਣ ਗੁਰੂ ਸਾਹਿਬ ਨੇ ਆਪਣੇ ਕੋਲ ਬੁਲਾਇਆ ਹੈ। ਹਾਂਜੀ, ਕਹਿਓ ਅਬ ਹੈ ਤੁਮ ਗ੍ਰਹਿ ਕੋ ਜਾਵਹੁ। ਮਹਾਰਾਜ ਕਹਿੰਦੇ ਸਿੱਖਾ ਤੇਰੀ ਸੇਵਾ ਪ੍ਰਵਾਨ ਹੋ ਗਈ, ਤੇਰੀ ਘਾਲਣਾ ਸਫਲ ਹੋ ਗਈ, ਜਾ ਹੁਣ ਆਪਣੇ ਘਰ ਜਾ। ਹਾਂਜੀ, ਔਰ ਆਨੰਦ ਕਰ ਹਰ ਗੁਣ ਗਾਵਹੁ। ਹੁਣ ਪਰਮੇਸ਼ਰ ਦਾ ਭਜਨ ਕਰਿਆ ਕਰ, ਘਰ ਵਿੱਚ ਰਹਿ ਕੇ ਨਾਮ ਜਪਿਆ ਕਰ। ਹਾਂਜੀ, ਕਾਲ ਬਤਾਵਹੁ ਮਿਲ ਸਤ ਸੰਗ, ਉੱਥੇ ਵੀ ਸਤ ਸੰਗ ਕਰਿਆ ਕਰ। ਚੰਗੇ ਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ 'ਚ ਬੈਠਿਆ ਕਰ ਤੇ ਉੱਥੇ ਆਪਣਾ ਸਮਾਂ ਸਫਲਾ ਕਰਿਆ ਕਰ। ਹਾਂਜੀ, ਪ੍ਰੇਮਾ ਭਗਤ ਵਿਖੈ ਮਨ ਰੰਗ, ਪ੍ਰਭੂ ਦੇ ਪ੍ਰੇਮਾ ਭਗਤੀ ਦੇ ਵਿੱਚ ਆਪਣੇ ਮਨ ਨੂੰ ਰੰਗੀ ਜਾਓ, ਰੰਗੀ ਜਾਓ, ਉਹਦੀ ਭਗਤੀ ਕਰਦੇ ਰਹੋ। ਹਾਂਜੀ, ਕਰੀਬ ਹੌਲੇ ਪੁਨ ਅਰਦਾਸ, ਭਾਈ ਭੋੜੇ ਨੇ ਫਿਰ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ, ਸ਼੍ਰੀ ਸਤਿਗੁਰ ਮੈਂ ਰਾਵਰ ਦਾਸ, हे ਗੁਰੂ ਜੀ ਮੈਂ ਤੁਹਾਡਾ ਸੇਵਕ ਹਾਂ, ਕੌਣ ਜੀਵਕਾ ਕੋ ਮੈਂ ਕਰੋ। ਹੁਣ ਮੈਂ ਕਿਹੜਾ ਕੰਮ ਕਰਾਂ, ਗੁਜਰਾਨ ਕਾਹਦੇ ਨਾਲ ਚਲਾਵਾਂ, ਕਿਉਂਕਿ ਜਿਹੜਾ ਮੇਰਾ ਕੰਮ ਹੈ ਸੁਨਿਆਰੇ ਦਾ, ਉਹਦੇ ਵਿੱਚ ਮਹਾਰਾਜ ਚੋਰੀ ਹੁੰਦੀ ਹੈ, ਹੋ ਜਾਂਦੀ ਹੈ, ਤੇ ਮੈਂ ਹੁਣ ਕਿਹੜਾ ਕੰਮ ਕਰਾਂ, ਰੋਟੀ ਤਾਂ ਖਾਣੀ ਹੈ। ਹਾਂਜੀ, ਜਿਸ ਤੇ ਭਵਜਲ ਦੁਸ਼ਟਰ ਤਰੋਂ, ਕੋਈ ਮੇਰਾ ਐਸਾ ਕੋਈ ਉਪਦੇਸ਼ ਦਿਓ ਮੈਂ ਭਵ ਸਾਗਰ ਤੋਂ ਤਰ ਜਾਵਾਂ। ਹਾਂਜੀ, ਜਿਸ ਮਹਿ ਦੋਸ਼ ਨ ਲਾਗੈ ਕੋਈ, ਐਸੀ ਕੋਈ ਮਹਾਰਾਜ ਵਿਧੀ ਦੱਸੋ ਵੀ ਮੇਰਾ ਗੁਜ਼ਾਰਾ ਵੀ ਚੱਲੇ ਤੇ ਮਹਾਰਾਜ ਦੋਸ਼ ਮੈਨੂੰ ਕੋਈ ਨਾ ਲੱਗੇ, ਪਾਪ ਕੋਈ ਨਾ ਲੱਗੇ। ਹਾਂਜੀ, ਅਬ ਰਾਵਰ ਆਗਿਆ ਦੇਹ ਸੋਈ, ਹੁਣ ਮੈਨੂੰ ਆਗਿਆ ਦਿਓ, ਹੁਕਮ ਦਿਓ ਮੈਂ ਕੀ ਕੰਮ ਕਰਾਂ। ਹਾਂਜੀ, ਸ਼੍ਰੀ ਅਰਜਨ ਸੁਨ ਗਿਰਾ ਉਚਾਰੀ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਤਿਆਗਹੁ ਕੁਲ ਕੀ ਕਿਰਤ ਕੁਕਾਰੀ। ਬਈ ਹੁਣ ਤੋਂ ਇਹ ਕੰਮ ਸੁਨਿਆਰੇ ਦਾ ਨਹੀਂ ਕਰਨਾ, ਹੁਣ ਛੱਡ ਦੇ, ਹੁਣ ਪ੍ਰਮਾਤਮਾ ਤੇਰਾ ਆਪੇ ਬੰਦੋਬਸਤ ਕਰੇਗਾ। ਹਾਂਜੀ, ਮਮ ਹਿਤ ਗ੍ਰਹਿ ਮਹਿ ਲੰਗਰ ਕੀਜੈ, ਹੁਣ ਸਾਡੇ ਵਾਸਤੇ ਨਾ ਗੁਰੂ ਦੇ ਵਾਸਤੇ ਲੰਗਰ ਕਰਿਆ ਕਰ। ਇਹ ਗੁਰੂ ਦੇ ਨਵੇਂ, ਆਪਣੇ ਵਾਸਤੇ ਨਹੀਂ, ਮੇਰਾ ਲੰਗਰ ਤੇ ਆ ਕੇ ਨਹੀਂ ਚਲਾਣਾ, ਗੁਰੂ ਦਾ ਲੰਗਰ ਚਲਾ ਦੇ। ਹਾਂਜੀ, ਆਏ ਸ਼ੁੱਧਤ ਨਰ ਤਿਨ ਕੋ ਦੀਜੈ, ਕੋਈ ਵੀ ਭੁੱਖਾ, ਕੋਈ ਗਰੀਬ, ਕੋਈ ਜਿਹਦੇ ਕੋਲ ਰੋਟੀ ਨਹੀਂ, ਉਹਨੂੰ ਪ੍ਰਸ਼ਾਦਾ ਛਕਾਈ ਜਾਓ। ਹਾਂਜੀ, ਮਮ ਸਿੱਖੀ ਕੋ ਸਦਾ ਕਮਾਵਹੁ, ਮੇਰੀ ਸਿੱਖੀ ਕਮਾਓ, ਪਾਪ ਗੁਰੂ ਦੀ ਸਿੱਖਿਆ ਦੇ ਪਹਿਰਾ ਦਿਓ। ਹਾਂਜੀ, ਤਨ ਤੇ ਹੰਤਾ ਬੁੱਧ ਉਠਾਵਹੁ, ਆਪਣੇ ਸਰੀਰ ਚੋਂ ਮੈਂ ਸਰੀਰ ਹਾਂ, ਮੈਂ ਇਹ ਬਹੌੜਾ ਹਾਂ, ਇਹ ਛੱਡ ਦਿਓ। ਆਪਣੇ ਆਪ ਨੂੰ ਸਰੀਰ ਸਮਝਣਾ ਛੱਡ ਦਿਓ, ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਸਮਝੋ। ਏਦਾਂ ਸਮਝੋ ਵੀ ਮੈਂ ਕੁਝ ਹੋਰ ਹਾਂ ਤੇ ਸਰੀਰ ਕੁਝ ਹੋਰ ਹੈ। ਮੈਂ ਇਸ ਸਰੀਰ ਦੇ ਵਿੱਚ ਆਇਆ ਹਾਂ ਪਰ ਮੈਂ ਸਰੀਰ ਨਹੀਂ ਹਾਂ, ਸਰੀਰ ਤਾਂ ਮੇਰਾ ਕਿਰਾਏ ਦਾ ਮਕਾਨ ਹੈ, ਇਸ ਸਰੀਰ ਨੂੰ ਛੱਡ ਕੇ ਮੈਂ ਚਲੇ ਜਾਣਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਸਰੀਰ ਨਾ ਸਮਝੋ। ਹਾਂਜੀ, ਸੁਖ ਦੁਖ ਮਹਿ ਮੰਨਹੁ ਪ੍ਰਭ ਭਾਣਾ, ਦੁੱਖ ਹੋਵੇ ਸੁੱਖ ਹੋਵੇ, ਸੁੱਖ ਦੁੱਖ ਜਿਹੜਾ ਪਰਮੇਸ਼ਰ ਦਾ ਭਾਣਾ ਮੰਨੋ। ਹਾਂਜੀ, ਰਹਹੁ ਹਰਖ ਜੁਤ ਸਦਾ ਨਿਮਾਣਾ, ਨਿਮਾਣੇ ਹੋ ਕੇ ਰਹੋ, ਦੁਨੀਆ ਤੇ ਕੁਛ ਵੀ ਨਹੀਂ, ਐਵੇਂ ਝੂਠਾ ਹੀ ਹੰਕਾਰ ਕਰੀ ਜਾਂਦੇ ਆ, ਹੈ ਤਾਂ ਪਾਣੀ ਦੇ ਬੁਲਬੁਲੇ ਹਾਂ। ਏਦਾਂ ਸਮਝ ਕੇ ਨਿਮਾਣੇ ਹੋ ਕੇ ਰਹੋ, ਖੁਸ਼ ਰਹੋਗੇ, ਪ੍ਰਸੰਨ ਰਹੋਗੇ। ਹਾਂਜੀ, ਸੁਨ ਸਤਿਗੁਰ ਕੀ ਸੀਖ ਸਫਾਰੀ, ਗੁਰੂ ਸਾਹਿਬ ਦੀ ਇਹ ਸਿੱਖਿਆ ਸੁਣ ਕੇ ਗ੍ਰਹਿ ਗਮਨਿਓ ਕੀਨਸ ਉਰ ਧਾਰੀ, ਭਾਈ ਭੌੜਾ ਜੀ ਆਪਣੇ ਨਗਰ ਚਲੇ ਗਏ ਤੇ ਗੁਰੂ ਦੀ ਸਿੱਖਿਆ ਹਿਰਦੇ 'ਚ ਵਸਾ ਲਈ। ਸਦਾ ਆਨੰਦ ਬਿਲੰਦ ਨਿਮਗਨ, ਬੜੇ ਪ੍ਰੇਮ ਵਿੱਚ ਮਗਨ ਰਹੇ ਸਦਾ ਹੀ। ਹਾਂਜੀ, ਗੁਰ ਚਰਨਨ ਕੀ ਲਾਗੀ ਲਗਨ, ਗੁਰੂ ਚਰਨਾਂ ਦੀ ਲਗਨ ਭਾਈ ਭੌੜਾ ਜੀ ਨੂੰ ਲੱਗੀ ਹੈ।
ਦੋਹਰਾ ਇਸ ਬਿਦ ਜਿਤ ਕੋ ਜਾਤ ਹੈ। ਇਧਰ ਜਿੱਧਰ ਮਹਾਰਾਜ ਜੀ ਜਾਂਦੇ ਹਨ, ਮਿਲ ਹੈ ਸੋ ਹੋਤ ਨਿਹਾਲ। ਜਿਹੜਾ ਜਿਹੜਾ ਗੁਰੂ ਦਾ ਸਿੱਖ ਮਿਲਦਾ ਨਿਹਾਲ ਹੋ ਜਾਂਦਾ। ਆਨ ਬਿਰਾਜੇ ਸੁਦਾਸਰ ਫਿਰ ਵਾਪਸ ਗੁਰੂ ਜੀ ਅੰਮ੍ਰਿਤਸਰ ਆ ਕੇ ਗੋਇੰਦਵਾਲ ਸਾਹਿਬ ਤੋਂ ਹੋ ਕੇ ਚਹਿਤ ਚਨਾਵਨ ਤਾਲ। ਸਰੋਵਰ ਦੀ ਸੇਵਾ ਜਾਰੀ ਹੈ, ਸੰਗਤਾਂ ਕਰ ਰਹੀਆਂ ਨੇ। ਸੋ ਸਾਧ ਸੰਗਤ ਜੀ, ਵੱਡਾ ਪਰਉਪਕਾਰ ਸਾਡੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਕੀਤਾ। ਅੰਮ੍ਰਿਤਸਰ ਦੀ ਸਰੋਵਰ ਦੀ ਸੇਵਾ ਸੰਪੂਰਨ ਕਿਵੇਂ ਕਰਾਈ, ਆਪਾਂ ਉਹ ਕਥਾ ਦਾ ਆਨੰਦ ਅਗਲੇ ਪ੍ਰਕਰਣਾਂ ਵਿੱਚ ਮਾਣਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ।